ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨਾ। ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨਾ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਾਨਾ। ਟੋਟ ਨ ਆਵੈ ਮੂਲ ਸੰਚਿਆ ਨਾਮ ਧਾਨਾ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨਾ। ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੋਨਾ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨਾ। ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁੱਲ ਆਲਮ ਦੇ ਮਾਲਕ ਸਰਵਰੇ ਕਾਇਨਾਤ ਮਿਹਰ ਅਮਤ ਦੇ ਸਾਈਂ ਬਖਸ਼ਿਸ਼ਾਂ ਦੇ ਭੰਡਾਰ ਗਰੀਬ ਨਵਾਜ ਸਤਿਗੁਰੂ ਜੁਗੋ ਜੋਗੇ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਤਿੰਨਾਂ ਦੇ ਮੁਕੱਦਸ ਚਰਨ ਪਰਸ ਕੇ ਨਾਮਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਅਤੇ ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਕੇ ਸਤਿਗੁਰਾਂ ਦੀ ਪਾਵਨ ਬਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਤੋਂ ਬਖਸ਼ਿਸ਼ ਕੀਤਾ ਸਾਹਿਬਾਂ ਦਾ ਪਾਵਨ ਸ੍ਰੀ ਮੁਖ ਵਾਕ ਮੂਲ ਰੂਪ ਅੰਦਰ ਆਪਾਂ ਨੇ ਸਰਵਣ ਕੀਤਾ ਹੈ। ਆਪ ਜੀ ਅਸੀਸ ਬਖਸ਼ੋ। ਸਾਹਿਬਾਂ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਵਿਚਾਰਾਂ ਦੀ ਸੇਵਾ ਲੈਣ। ਕਰੋ ਕਿਰਪਾਲਤਾ ਪਾਵਨ ਸ਼ਬਦ ਵਿਚਾਰ ਦੀ ਆਰੰਭਤਾ ਕਰ ਸਕੀਏ। ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ। ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ
ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਜੈਤਸਰੀ ਕੀ ਵਾਰ ਅੰਦਰ ਦਰਜ ਹੈ। ਜੈਤਸਰੀ ਰਾਗ ਜਿਸ ਨੂੰ ਵਿਦਵਾਨ ਮੰਨਦੇ ਨੇ ਜੈਤ ਤੇ ਸ੍ਰੀ ਰਾਗ ਦੇ ਮਧੁਰ ਸੰਜੋਗ ਤੋਂ ਬਣਿਆ ਹੋਇਆ। ਇਹਦੀ ਬੰਤਰ ਹੈ ਸੰਖੇਪ ਸ਼ਬਦਾਂ 'ਚ। ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀ ਅੰਦਰ ਇਹ 11ਵਾਂ ਰਾਗ ਹੈ। ਧਨਾਸਰੀ ਤੋਂ ਬਾਅਦ ਇਹਦਾ ਨੰਬਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦਮਦਮੀ ਬੀੜ ਗੁਰੂ ਗ੍ਰੰਥ ਸਾਹਿਬ ਜੀਆਂ ਤੇ 696 ਅੰਕ ਤੋਂ ਲੈ ਕੇ 700 ਅੰਕ ਤੱਕ ਇਹ ਦਰਜ ਹੈ। ਤੀਜੀ ਬੇਨਤੀ, ਇਸ ਪਾਵਨ ਰਾਗ ਅੰਦਰ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤਿੰਨ ਗੁਰੂ ਸ਼ਰੀਰਾਂ ਦੀ ਬਾਣੀ ਦਰਜ ਹੈ ਤੇ ਰਵਿਦਾਸ ਜੀ ਮਹਾਰਾਜ ਦਾ ਇੱਕ ਸ਼ਬਦ ਦਰਜ ਹੈ ਭਗਤ ਬਾਣੀ ਦਾ ਕੇਵਲ। ਇਸ ਰਾਗ ਦੀ ਬੰਤਰ ਤੇ ਇਸ ਬਾਣੀ ਦਾ ਵੇਰਵਾ ਹੈ। ਅੱਜ ਦਾ ਜੋ ਪਾਵਨ ਸ਼੍ਰੀ ਮੁਖ ਵਾਕ ਹੈ, ਜੈਤਸਰੀ ਕੀ ਇਹ ਵਾਰ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਕੱਦਸ ਬਚਨਾਂ ਤੋਂ ਉਚਾਰਨ ਕੀਤੀ ਹੋਈ ਹੈ। ਇਹਦੀਆਂ 20 ਪੌੜੀਆਂ ਨੇ, ਨਾਲ ਸ਼ਲੋਕ ਦਰਜ ਨੇ। ਅੱਜ ਦਾ ਜੋ ਪਾਵਨ ਸ਼੍ਰੀ ਮੁਖ ਵਾਕ ਸਤਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤਾ ਹੈ, ਇਹ 17ਵੀਂ ਪੌੜੀ ਦੇ ਨਾਲ ਦਰਜ ਸ਼ਲੋਕ ਹੈ। ਸਾਹਿਬ ਜੀ ਕਿਰਪਾ ਕਰਦੇ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਸੰਸਾਰ ਅੰਦਰ ਮਨੁੱਖ ਦੇ ਆਉਣ ਦਾ ਜਿਹੜਾ ਪ੍ਰਯੋਜਨ ਹੈ ਨਾ, ਬੜੇ ਖਿਆਲ ਨਾਲ ਸੁਣਿਓ, ਧਿਆਨ ਦਿਓ, ਉਹ ਇਹ ਹੈ ਕਿ ਇਹਦੀ ਮੁਕਤੀ ਹੋ ਸਕੇ, ਇਹਦਾ ਉਧਾਰ ਹੋ ਸਕੇ। ਹੁਣ ਅਕਸਰ ਬੰਦਾ ਅੱਜ ਦੀ ਦੁਨੀਆ 'ਚ ਪੜ੍ਹ ਲਿਖ ਕੇ ਸੋਚਦਾ ਹੈ ਮੁਕਤੀ ਹੋਣ ਨਾਲ, ਉਧਾਰ ਹੋਣ ਨਾਲ ਕੀ ਹੋ ਜਾਏਗਾ। ਅਸਲ ਵਿੱਚ ਸਮੱਸਿਆ ਹੀ ਇਹ ਹੈ, ਜਿਤਨੀ ਦੇਰ ਤੱਕ ਮਨੁੱਖ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ, ਉਤਨੀ ਦੇਰ ਤੱਕ ਨਾ ਇਹਦਾ ਆਪਣਾ ਉਧਾਰ ਹੋਏ ਤੇ ਨਾ ਇਹ ਕਿਸੇ ਦਾ ਕਰ ਸਕੇ। ਕਿਉਂਕਿ ਪਾਵਨ ਬਾਣੀ ਦਾ ਜਿਹੜਾ ਫੈਸਲਾ ਹੈ ਨਾ, ਉਹ ਇਹ ਹੈ ਵੀ ਜਿਹੜੇ ਰੱਬ ਦੇ ਨਾਮ ਨਾਲ ਜੁੜਦੇ ਆ ਨਾ ਸਤ ਸੰਗਤ ਜੀ, ਉਹਨਾਂ ਦਾ ਆਪਣਾ ਹੀ ਨਹੀਂ ਭਲਾ ਹੁੰਦਾ, ਉਹ ਪਤਾ ਨਹੀਂ ਕਿੰਨਿਆਂ ਦਾ ਕਰ ਦਿੰਦੇ ਨੇ। ਦੁਨੀਆ ਦਾ ਜਿਹੜਾ ਧਨ ਹੈ ਉਹ ਜਿਹਦੇ ਕੋਲ ਹੋਏਗਾ ਅਕਸਰ ਉਹਦਾ ਛੋਟਾ ਜਿਹਾ ਦਾਇਰਾ ਬਣ ਜਾਂਦਾ ਹੈ। ਜਿਹਦਾ ਕੋਲ ਹੈ ਉਹ ਉਹਦੀਆਂ ਸੁਵਿਧਾਵਾਂ ਮੰਨੇਗਾ, ਉਹਦਾ ਪਰਿਵਾਰ ਮੰਨ ਲਏਗਾ, ਕੋਈ 2-4 ਸੱਜਣ ਬੇਲੀ ਮੰਨ ਲੈਣਗੇ ਜਿਨ੍ਹਾਂ ਨਾਲ ਕੋਈ ਜ਼ਿਆਦਾ ਸਨੇਹ ਹੋਏਗਾ। ਪਰ ਜਿਹੜਾ ਨਾਮ ਧਨ ਹੈ ਨਾ, ਇਹ ਜਿਹਦੇ ਕੋਲ ਆ ਜਾਂਦਾ ਫਿਰ ਉਹਦੇ ਕੋਲ ਵੰਡਣ ਦੀ ਲਾਲਸਾ ਵੀ ਬਣ ਜਾਂਦੀ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅੱਜ ਦਾ ਪਾਵਨ ਸ਼੍ਰੀ ਮੁਖ ਵਾਕ ਸਤਿਗੁਰੂ ਇਹ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿਣ ਲੱਗੇ ਸੰਸਾਰ ਤੇ ਜੇ ਉਧਾਰ ਹੁੰਦਾ ਹੈ ਨਾ, ਸ਼ਲੋਕ ਸੰਤ ਉਦਰਹਨ ਦਇਆਲੰ, ਕਹਿਣ ਲੱਗੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦਾ ਉਧਾਰ ਕਿਵੇਂ ਹੁੰਦਾ। ਇੱਥੇ ਜਿਹੜਾ ਇਹ ਸ਼ਬਦ ਹੈ ਨਾ ਉਦਰਹਨ, ਇਹਦੇ ਬੜੇ ਦੋ ਪਾਸੜ ਅਰਥ ਕੀਤੇ ਨੇ, ਉਦਰਨਾ ਤੇ ਉਧਾਰਨਾ। ਉਦਰਨਾ ਹੈ ਆਪਣਾ ਉਧਾਰ ਹੋਣਾ, ਆਪਣਾ ਭਲਾ ਹੋਣਾ, ਤੇ ਉਧਾਰਨਾ ਦਾ ਅਰਥ ਹੈ ਦੂਜੇ ਦਾ ਭਲਾ ਹੋ ਜਾਣਾ। ਕਹਿਣ ਲੱਗੇ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਨੇ, ਗੁਰਮੁਖ ਜਨ ਨੇ, ਸਾਧ ਸੰਗਤ ਜੀ, ਉਹਨਾਂ ਦਾ ਉਧਾਰ ਹੁੰਦਾ ਹੈ। ਪਰ ਹੁੰਦਾ ਕਿੱਦਾਂ ਹੈ? ਆਸਰੰ ਗੋਪਾਲ ਕੀਰਤਨ ਹੈ। ਇਹਦੇ 90 ਅਰਥ ਵੀ ਕਰ ਲਈਏ ਤੇ ਕੋਈ ਗਲਤ ਨਹੀਂ ਹੋਏਗਾ। ਕਿਵੇਂ? ਆਸਰੰ ਗੋਪਾਲ ਕੀਰਤਨ ਹੈ, ਉਹਨਾਂ ਦਾ ਉਧਾਰ ਹੁੰਦਾ। ਬੜੇ ਪਿਆਰ ਨਾਲ ਸੁਣਿਓ ਸੰਗਤ ਜੀ, ਜਿਹੜੇ ਮਾਲਕ ਪਰਮਾਤਮਾ ਨੂੰ ਕੇਵਲ ਆਸਰਾ ਮੰਨਦੇ ਨੇ। ਆਪਾਂ ਜ਼ਿੰਦਗੀ 'ਚ ਸੋਚਣਾ ਹੈ ਸਾਡੇ ਕਿੰਨੇ ਆਸਰੇ ਨੇ। ਸੰਸਾਰ ਦਾ ਆਸਰਾ ਅਸੀਂ ਮੰਨਦੇ ਹਾਂ, ਵੱਡੇ ਲੋਕਾਂ ਦਾ ਆਸਰਾ ਅਸੀਂ ਮੰਨਦੇ ਹਾਂ, ਧਨੀ ਲੋਕਾਂ ਦਾ ਆਸਰਾ ਅਸੀਂ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਦਾ ਪਿਆਰਾ ਸੰਤ ਕੇਵਲ ਉਹਦਾ ਆਸਰਾ ਮੰਨਦਾ ਹੈ। ਉਹ ਕੀ ਕਹਿੰਦਾ? ਅਵਰ ਓਟ ਮੈਂ ਸਗਲੀ ਦੇਖੀ। ਇਹ ਨਹੀਂ ਹੈ ਵੀ ਉਹਨੂੰ ਪਤਾ ਨਹੀਂ ਹੋਰ ਓਟ ਕੋਈ ਨਹੀਂ। ਉਹ ਰੱਬ ਦਾ ਪਿਆਰਾ ਕਹਿੰਦਾ ਵੇਖੀ ਮੈਂ ਹੋਰ ਓਟ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਪਰ ਮੈਂ ਕਿਸੇ ਦੀ ਓਟ, ਕਿਸੇ ਦੇ ਆਸਰੇ ਤੇ ਰਿਹਾ ਨਹੀਂ, ਕੇਵਲ ਤੇਰਾ ਆਸਰਾ ਤੱਕਿਆ ਹੈ। ਇੱਥੇ ਵੀ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਰੱਬ ਦੇ ਪਿਆਰਿਆਂ ਦਾ ਜਿਹੜਾ ਉਧਾਰ ਹੁੰਦਾ ਹੈ ਨਾ, ਉਹ ਹੁੰਦਾ ਹੈ ਆਸਰੰ ਗੋਪਾਲ ਕੀਰਤਨ ਹੈ, ਕੇਵਲ ਮਾਲਕ ਪਰਮਾਤਮਾ ਦੇ ਕੀਰਤਨ ਦੇ ਆਸਰੇ। ਚਲੋ ਛੋਟੀ ਜੀ ਰਮਜ ਇਤਿਹਾਸ ਚੋਂ ਰੰਭ ਵਿੱਚ ਹੀ ਤੁਹਾਡੇ ਸਾਹਮਣੇ ਰੱਖਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਤਿਹਾਸ ਦੇ ਬੋਲਾਂ ਮੁਤਾਬਕ
ਇੱਥੇ ਦੋ ਨਿਰਣੇ ਨੇ ਇਤਿਹਾਸ ਦੇ, ਆਪਾਂ ਜਿਹੜਾ ਬਹੁਤ ਪ੍ਰਚਲਿਤ ਹੈ ਉਸ ਤੁਹਾਡੇ ਸਾਹਮਣੇ ਰੱਖਣ ਲੱਗਾ। ਭਾਈ ਮਰਦਾਨਾ ਜੀ ਸਰੀਰ ਛੱਡ ਗਏ ਤੇ ਧੰਨ ਗੁਰੂ ਨਾਨਕ ਸਾਹਿਬ ਇਤਿਹਾਸ ਕਹਿੰਦਾ ਰਬਾਬ ਚੁੱਕ ਕੇ ਆਪ ਆਏ ਉਹਨਾਂ ਦੀ ਅੰਤਮ ਕਿਰਿਆਵਾਂ ਕਰਕੇ। ਤੇ ਜਦੋਂ ਆਏ ਨਾ ਸਤਿਗੁਰੂ, ਤੇ ਆਉਂਦਿਆਂ ਭਾਈ ਮਰਦਾਨਾ ਜੀ ਦੇ ਦੋਨੋਂ ਸੁਪੁੱਤਰ ਤੇ ਪਰਿਵਾਰ ਮਿਲਿਆ। ਉਹਨਾਂ ਨੇ ਵੇਖਿਆ ਪਿਤਾ ਨਾਲ ਨਹੀਂ, ਸਮਝਿਓ ਆਸਰੰ ਗੋਪਾਲ ਕੀਰਤਨ ਹੈ, ਪਿਤਾ ਨਾਲ ਨਹੀਂ। ਤੇ ਮੈਂ ਸੋਚਦਾ ਅਸੀਂ ਕਈ ਵਾਰੀ ਵੇਖਨੇ ਆ ਕੋਈ ਪਰਿਵਾਰ ਗੁਰੂ ਦੇ ਲੇਖੇ, ਕੋਈ ਸਰੀਰ ਗੁਰੂ ਦੇ ਲੇਖੇ ਲੱਗ ਜਾਏ, ਕਈ ਵਾਰੀ ਉਹ ਪਰਿਵਾਰ ਸਾਰੀ ਜ਼ਿੰਦਗੀ ਪੰਥ ਨੂੰ ਨਹੀਂ ਛੱਡਦੇ। ਸਾਡਾ ਪੰਥ ਲੇਖੇ ਲੱਗ ਗਿਆ, ਸਾਡਾ ਗੁਰੂ ਲੇਖੇ ਲੱਗਾ, ਸਾਨੂੰ ਕੀ ਮਿਲਿਆ, ਸਾਨੂੰ ਕੀ ਮਿਲਿਆ, ਗੁਸਤਾਖੀ ਮਾਫ। ਪਰ ਭਾਈ ਮਰਦਾਨਾ ਸਾਹਿਬ ਨੇ ਅੱਧੀ ਸਦੀ ਤੋਂ ਵੱਧ ਧੰਨ ਗੁਰੂ ਨਾਨਕ ਸਾਹਿਬ ਨਾਲ ਕੀਰਤਨ ਕਰਾਇਆ। ਕਿੰਨੇ ਵਿਖੜੇ ਪੈਂਡਿਆਂ 'ਚ, ਕੈਸੀਆਂ ਸਥਿਤੀਆਂ 'ਚ, ਭਾਵੇਂ ਅਸੀਂ ਹੋਰ ਰੂਪ ਨਾਲ ਪੇਸ਼ ਕਰਦੇ ਹਾਂ। ਤਨ ਦੀ ਭੁੱਖ ਵੀ ਰਹੀ ਹੋਏਗੀ, ਦੁੱਖ ਵੀ ਆਏ ਹੋਣਗੇ, ਪਰ ਸਤਿਗੁਰੂ ਦੀਆਂ ਰਹਿਮਤਾਂ ਵਰਸੀਆਂ। ਤੇ ਖਿਆਲ ਕਰਿਓ ਜਦੋਂ ਸਤਿਗੁਰੂ ਆਏ ਨਾ ਘਰ, ਤੇ ਭਾਈ ਸਜਾਦਾ ਜੀ ਸਤਿਗੁਰੂ ਦੇ ਚਰਨਾਂ 'ਤੇ ਉਹਨਾਂ ਨਮਸਕਾਰ ਕੀਤੀ। ਤੇ ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿਣ ਲੱਗੇ ਤੁਹਾਡੇ ਪਿਤਾ ਜੀ ਨਿਰੰਕਾਰ ਦੇ ਲੇਖੇ ਲੱਗ ਗਏ, ਸਰੀਰ ਤਿਆਗ ਗਏ। ਤੇ ਉਹਨਾਂ ਹੱਥ ਜੋੜੇ ਕਹਿਣ ਲੱਗੇ ਸਤਿਗੁਰੂ ਉਹ ਆਪਣਾ ਜੀਵਨ ਸਫਲ ਕਰ ਗਏ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਤੁਸੀਂ ਕੁਝ ਮੰਗੋ। ਵੇਖੋ ਜਿਨ੍ਹਾਂ ਦਾ ਪਿਤਾ ਗੁਰੂ ਸਾਹਿਬ ਨਾਲ ਕੀਰਤਨ ਕਰਾਉਂਦੇ ਆ ਸਰੀਰ ਤਿਆਗ ਕੇ, ਤੁਸੀਂ ਕੁਝ ਮੰਗੋ। ਸਤਿਗੁਰੂ ਜਦੋਂ ਪਿਤਾ ਜੀ ਨੇ ਸਰੀਰ ਛੱਡਿਆ ਉਹਨਾਂ ਨੇ ਕੀ ਮੰਗਿਆ ਸੀ? ਕਹਿਣ ਲੱਗੇ ਉਹਨਾਂ ਨੇ ਇੱਕੋ ਗੱਲ ਮੰਗੀ ਸੀ, ਬਾਬਾ ਤੂੰ ਤੇ ਮੈਂ ਜਦੋਂ ਤੋਂ ਤੇਰੀਆਂ ਅੱਖਾਂ ਖੁੱਲੀਆਂ, ਕਿਉਂਕਿ 10 ਤੋਂ 15 ਦਿਨ ਦੀ ਆਰਬਲਾ ਸੀ। ਭਾਈ ਵੀਰ ਸਿੰਘ ਜੀ ਕਹਿੰਦੇ ਜਿੱਦੇ ਭਾਈ ਮਰਦਾਨਾ ਜੀ ਪਹਿਲੀ ਵਾਰੀ ਦਰਸ਼ਨ ਕਰ ਆਏ ਸੀ। ਬਾਅਦ 'ਚ ਭਾਵੇਂ ਗੁਰੂ ਨਾਨਕ ਸਾਹਿਬ ਦੀ ਆਰਬਲਾ 10 ਸਾਲ ਦੀ ਹੈ, ਭਾਈ ਮਰਦਾਨਾ ਜੀ ਦੀ ਆਰਬਲਾ 20 ਸਾਲ ਹੈ ਜਦੋਂ ਪਹਿਲਾ ਮਿਲਾਪ ਹੁੰਦਾ। ਪਰ ਪਹਿਲੀ ਵਾਰੀ ਅੱਬਾ ਦੇ ਨਾਲ, ਭਾਈ ਬਦਰੇ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਗਏ ਸੀ। ਥੋੜ੍ਹੇ ਦਿਨਾਂ ਦੀ ਆਰਬਲਾ ਸੀ, ਜਿਹਦੇ ਭਾਈ ਮਰਦਾਨਾ ਜੀ 10 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਆਏ ਸੀ। ਖੈਰ ਆਸਰੰ ਗੋਪਾਲ ਕੀਰਤਨ ਹੈ। ਤੇ ਭਾਈ ਸਜਾਦੇ ਨੇ ਕਿਹਾ ਪਿਤਾ ਜੀ ਨੇ, ਅੱਬਾ ਨੇ ਕੀ ਮੰਗਿਆ ਸੀ? ਹੋਏ ਆ ਸਰੀਰ ਕਰਕੇ, ਪਰ ਇੱਕ ਕਿਰਪਾ ਕਰਿਓ, ਇਹ ਤੋਂ ਬਾਅਦ ਵੀ ਮੈਨੂੰ ਵੱਖ ਨਾ ਕਰਿਓ, ਮੈਨੂੰ ਆਪਣੇ ਚਰਨਾਂ 'ਚ ਥਾਂ ਦਿਓ। ਭਾਈ ਮਰਦਾਨਾ ਉਹ ਸ਼ਖਸੀਅਤ ਹੈ ਜਿਹਨੇ ਗੁਰੂ ਨਾਨਕ ਸਾਹਿਬ, ਉਹ ਸ਼ਖਸੀਅਤ ਹੈ। ਕਹਿਣ ਲੱਗੇ ਤੁਸੀਂ ਕੀ ਮੰਗਣਾ ਹੈ? ਤੇ ਭਾਈ ਸਜਾਦਾ ਜੀ ਕਹਿਣ ਲੱਗੇ ਸਤਿਗੁਰੂ ਇੱਕ ਕਿਰਪਾ ਕਰੋ, ਜਿਹੜੀ ਦਾਤ ਅੱਬਾ ਨੂੰ ਦਿੱਤੀ ਹੈ ਬਸ ਮੈਂ ਵੀ ਇਹੀ, ਮੈਂ ਵੀ ਕੀਰਤਨ ਕਰਦਿਆਂ ਤੇਰੇ ਚਰਨਾਂ 'ਚ ਮੇਰੀ ਜ਼ਿੰਦਗੀ ਬਤੀਤ ਹੋ ਜਾਏ। ਇਹ ਹੈ ਰੱਬ ਦੇ ਪਿਆਰਿਆਂ ਦੀ ਗੁਰਮੁਖਾਂ ਦੀ ਨਿਸ਼ਾਨੀ। ਆਸਰੰ ਗੋਪਾਲ ਕੀਰਤਨ ਹੈ, ਜਿਹੜੇ ਕੇਵਲ ਮਾਲਕ ਪ੍ਰਮਾਤਮਾ ਦੇ ਕੀਰਤਨ ਦਾ, ਗੁਰੂ ਦੇ ਚਰਨਾਂ ਦਾ ਆਸਰਾ ਤੱਕਦੇ ਨੇ। ਸਾਹਿਬ ਕਹਿੰਦੇ ਉਹਨਾਂ ਦਾ ਦਇਆਲ, ਦਇਆ ਦਾ ਘਰ ਮਾਲਕ ਪ੍ਰਮਾਤਮਾ ਜੀ ਬਖਸ਼ਿਸ਼ ਕਰਕੇ ਐਸੇ ਸੰਤ ਜਨ, ਐਸੇ ਗੁਰਮੁਖਾਂ ਦਾ ਉਧਾਰ ਹੁੰਦਾ। ਤੇ ਉਹ ਆਪਣੀ ਜ਼ਿੰਦਗੀ ਵਿੱਚ ਕਿੰਨਿਆਂ ਦਾ ਹੋਰ ਪਾਰ ਉਤਾਰਾ ਕਰਦੇ ਹਨ ਜੀ। ਨਿਰਮਲੰ ਸੰਤ ਸੰਗੇਨਾ ਓਟ ਨਾਨਕ ਪਰਮੇਸ਼ੁਰ। ਹੁਣ ਉਹਨਾਂ ਦੇ ਨਾਲ ਰਹਿਣ ਵਾਲਿਆਂ ਦਾ ਕਿਉਂ ਉਧਾਰ ਹੋ ਜਾਂਦਾ, ਕਿਉਂ ਭਲਾ ਹੋ ਜਾਂਦਾ? ਸਤ ਸੰਗਤ ਬਹੁਤ ਜ਼ਰੂਰੀ ਹੈ, ਗੁਰਮੁਖਾਂ ਦਾ ਸੰਗ ਬਹੁਤ ਜ਼ਰੂਰੀ ਹੈ। ਸਾਹਿਬ ਕਹਿਣ ਲੱਗੇ ਤਾਂ ਹੁੰਦਾ ਨਿਰਮਲੰ ਸੰਤ ਸੰਗੇਨ, ਉਹਨਾਂ ਦਾ ਜਿਹੜਾ ਹਿਰਦਾ ਹੈ ਨਾ ਉਹ ਨਿਰਮਲ ਹੋ ਚੁੱਕਾ ਹੁੰਦਾ, ਪਵਿੱਤਰ ਹੋ ਚੁੱਕਾ ਹੁੰਦਾ, ਪਾਕ ਹੋ ਚੁੱਕਾ ਹੁੰਦਾ। ਉਹਨਾਂ ਦੇ ਹਿਰਦੇ ਵਿੱਚ ਰੱਤੀ ਭਰ ਮੈਲ ਨਹੀਂ ਹੁੰਦੀ। ਅਗਲੀ ਪੰਕਤੀ ਸਮਝਾਂਗੇ, ਧਿਆਨ ਦਿਓ। ਜਿਹੜੀ ਸਾਡੇ ਅੰਦਰ ਦੀ ਮੈਲ ਹੈ ਨਾ, ਪਾਪ ਹੈ ਨਾ, ਇਹ ਦੁੱਖਾਂ ਨੂੰ ਜਨਮ ਦਿੰਦਾ ਹੈ। ਜਿੰਨੇ ਵੀ ਜ਼ਿੰਦਗੀ 'ਚ ਦੁੱਖ ਨੇ ਇਹਨਾਂ ਦਾ ਮੂਲ ਰੂਪ ਪਾਪ ਹੈ, ਅੰਦਰ ਦੀ ਮੈਲ ਹੈ। ਜਿਸ ਦਿਨ ਮਨ ਦੀ ਮੈਲ ਨਾ ਰਹੀ ਜ਼ਿੰਦਗੀ 'ਚ ਦੁੱਖ ਨਹੀਂ ਹੁੰਦਾ। ਗੁਰਸਿੱਖਾਂ ਨੂੰ ਸਾਡਾ ਇਤਿਹਾਸ ਭਰਿਆ, ਥੋੜ੍ਹਾ ਯਤਨ ਕੀਤਾ ਦੁਖੀ ਕਰਨ ਦਾ। ਯਾਦ ਰੱਖਿਓ, ਬੰਦ ਬੰਦ ਕੱਟੇ, ਚੀਰਿਆ ਜਾਣਾ ਆਰੇ ਨਾਲ, ਦੇਗਿਆਂ ਚੁੱਬਲ ਜਾਣਾ, ਉਹਨਾਂ ਨੇ ਕਦੇ ਕਿਹਾ ਦੁੱਖ ਹੈ? ਸਾਨੂੰ ਤੇ ਥੋੜ੍ਹੀ ਜਿਹੀ ਮੁਸ਼ਕਲ ਆ ਜਾਏ ਨਾ, ਗੁਸਤਾਖੀ ਮਾਫ ਦੀ,
ਅਸੀਂ ਤੇ ਆਪਾਂ ਇਦਾਂ ਦੇ ਬੰਦੇ ਵੇਨੇ ਆ ਵੀ ਕੋਈ ਬੇਨਤੀ ਕੀਤੀ, ਚਲੋ ਨਹੀਂ ਕੋਈ ਚੀਜ਼ ਮਿਲੀ, ਅਸੀਂ ਉਹਦੇ ਯੋਗ ਨਹੀਂ ਹੋਵਾਂਗੇ, ਅਸੀਂ ਇਹ ਸਮਝੀਏ। ਪਰ ਨਾ ਮਿਲੇ ਤੇ ਅਸੀਂ ਤੇ ਗੁਰਦੁਆਰੇ ਨਾਲ ਗੁੱਸੇ ਹੋ ਜਾਂਦੇ, ਗੁਰੂ ਨਾਲ ਗੁੱਸੇ ਹੋ ਜਾਂਦੇ। ਥੋੜਾ ਜਿਹਾ ਕੋਈ ਮਾਮੂਲੀ ਦੁੱਖ ਆ ਜਾਏ, ਬਿਮਾਰੀ ਹੈ, ਸਾਡਾ ਕਰਮ ਰੋਗ ਹੈ, ਨਹੀਂ ਕਦੇ ਕੱਟਿਆ ਵੀ ਗਿਆ, ਚਲੋ ਨਹੀਂ ਵੀ ਠੀਕ ਹੋਇਆ ਜਾਂ ਕੁਝ ਟਾਈਮ ਲੱਗ ਗਿਆ, ਅਸੀਂ ਤਾਂ ਗੁਰੂ ਕੋਲ ਆਉਣਾ ਛੱਡ ਦਿੰਦੇ, ਕਿਉਂ? ਦੁੱਖ ਨਹੀਂ ਹਟਿਆ। ਪਰ ਉਹਨਾਂ ਦੀ ਜ਼ਿੰਦਗੀ ਵੇਖੋ, ਕਿਉਂਕਿ ਅੰਦਰੋਂ ਪਾਪ ਖਤਮ ਹੋ ਗਿਆ। ਨਿਰਮਲੰ ਸੰਤ ਸੰਗੇਨ ਹੁੰਦਾ ਕਿੱਦਾਂ? ਇੱਕ ਰੱਬੀ ਬਾਣੀ ਚੋਂ ਫੈਸਲਾ ਸੁਣਿਓ, ਬਖਸ਼ਿਸ਼ ਕਿੱਦਾਂ ਹੁੰਦੀ ਹੈ? ਓਟ ਨਾਨਕ ਪਰਮੇਸ਼ਵਰ ਹੈ। ਸਾਹਿਬ ਕਹਿਣ ਲੱਗੇ ਜਿਹੜੇ ਕੇਵਲ ਪਰਮੇਸ਼ਰ ਦੀ ਓਟ ਤੱਕ ਲੈਂਦੇ ਨੇ ਉਹ ਅੰਦਰ ਤੋਂ ਨਿਰਮਲ ਹੋ ਜਾਂਦੇ ਨੇ। ਰਾਮ ਕਲੀ ਕੀ ਵਾਰ 'ਚ ਇੱਕ ਬੜਾ ਪਿਆਰਾ ਬਚਨ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ 'ਚ ਬਾਬਾ ਬਲਵੰਡ ਜੀ ਦੇ ਪਵਿੱਤਰ ਬਚਨ ਨੇ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਂਦ ਹੈ। ਸੌਖਾ ਕਰ ਲਈਏ, ਜਦੋਂ ਸਾਧ ਸੰਗਤ ਜੀ ਅੰਦਰ ਦਾ ਬਲੱਡ ਖਰਾਬ ਹੋ ਜੇ ਨਾ, ਧਿਆਨ ਦਿਓ, ਤੇ ਡਾਕਟਰ ਕੀ ਕਰਦਾ? ਖਰਾਬ ਖੂਨ ਕੱਢ ਦਿੰਦਾ, ਨਵਾਂ ਖੂਨ ਲਿਆ ਕੇ ਟਰਾਂਸਪਲਾਂਟ ਕਰਕੇ ਉਹਦੇ ਅੰਦਰ ਲਾ ਦਿੱਤਾ ਜਾਂਦਾ ਕਰ ਦਿੰਦਾ ਹੈ। ਉਹਦਾ ਆਪਣਾ ਖੂਨ ਵੀ ਸ਼ੁੱਧ ਹੋ ਜਾਂਦਾ ਹੈ। ਪੁਰਾਣਾ ਕੱਢ ਦਿੱਤਾ, ਗਲਤ ਕੱਢ ਦਿੱਤਾ, ਖਰਾਬ ਕੱਢ ਦਿੱਤਾ। ਜਿਹੜੇ ਸਾਡੇ ਮਨ 'ਚ ਮਾੜੇ ਖਿਆਲ ਨੇ, ਮਨ ਦਾ ਖੂਨ ਕੀ ਹੈ? ਮਨ ਦੇ ਵਿਚਾਰ ਨੇ। ਬਾਬਾ ਫਰੀਦ ਸਾਹਿਬ ਨੂੰ ਪੁੱਛੋ, ਉਹਨਾਂ ਨੇ ਕਿਹਾ ਨਾ, ਜੋ ਤਨ ਰੱਤੇ ਰੱਬ ਸਿਓ ਤਿਤ ਤਾਂ ਲੋਭ ਰਤ ਨਾ ਹੋਏ, ਗੁਰੂ ਅਮਰਦਾਸ ਸਾਹਿਬ। ਇਸ ਲਈ ਜਦੋਂ ਰੱਬ ਦੇ ਪਿਆਰੇ ਗੁਰੂ ਕੋਲ ਆਉਂਦੇ ਨੇ, ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਹੈ, ਗੁਰੂ ਦੀ ਪਰਮਾਤਮਾ ਦੇ ਨਾਮ ਦੀ ਓਟ ਤੱਕ ਲੈਂਦੇ ਨੇ। ਫਿਰ ਗੁਰੂ ਦੀ ਮੱਤ ਦੀ ਜਿਹੜੀ ਖੜਗ ਹੈ ਨਾ, ਮੱਤ ਗੁਰ ਆਤਮ ਦੇਵ ਦੀ ਕੀ ਕਰਦੇ? ਪਰਮੇਸ਼ਵਰ ਹੈ, ਗੁਰੂ ਦੀ ਪਰਮਾਤਮਾ ਦੇ ਨਾਮ ਦੀ ਓਟ ਤੱਕ ਲੈਂਦੇ ਨੇ। ਫਿਰ ਗੁਰੂ ਦੀ ਮੱਤ ਦੀ ਜਿਹੜੀ ਖੜਗ ਹੈ ਨਾ, ਮੱਤ ਗੁਰ ਆਤਮ ਦੇਵ ਦੀ ਕੀ ਕਰਦੇ ਨੇ? ਖੜਗ ਪਰਾ ਕੋਈ ਜੀਦ ਹੈ। ਫਿਰ ਗਿਆਨ ਖੜਗ, ਸ਼ਬਦ ਖੜਗ, ਨਾਮ ਖੜਗ ਨਾਲ, ਬਖਸ਼ਿਸ਼ ਦੀ ਕਿਰਪਾ ਨਾਲ ਗੁਰੂ ਮਨ 'ਚੋਂ ਮੈਲ ਕੱਢ ਦਿੰਦਾ ਹੈ। ਮਨ ਅੰਦਰੋਂ ਨਵਾਂ ਨਰੋਆ ਹੋ ਜਾਂਦਾ। ਇਹਨੂੰ ਕਿਹਾ ਜਾਂਦਾ ਸਤਿਗੁਰ ਕੈ ਜਨਮੈ ਗਬਨ ਮਿਟਾਇਆ। ਉਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਜਿਹੜੇ ਮਾਲਕ ਦੀ ਓਟ ਤੱਕ ਲੈਂਦੇ ਨੇ ਨਾ, ਉਹ ਅੰਦਰ ਤੋਂ ਪਵਿੱਤਰ ਹੋ ਜਾਂਦੇ ਨੇ। ਔਰ ਸੁਣਨਾ ਬੜੇ ਧਿਆਨ ਨਾਲ, ਜਿਹੜੇ ਅੰਦਰ ਤੋਂ ਨਿਰਮਲ ਹੋ ਗਏ ਨਾ, ਗੁਰੂ ਸਾਹਿਬ ਕਹਿਣ ਲੱਗੇ ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ ਹੈ। ਔਰ ਇੱਕ ਬੇਨਤੀ ਯਾਦ ਰੱਖਿਓ, ਗੁਰਮਤਿ ਦਾ ਫੈਸਲਾ, ਗੁਰੂ ਦਾ ਫੈਸਲਾ ਇਹ ਹੈ, ਸਤਿਗੁਰੂ ਸਾਨੂੰ ਅੰਦਰ ਤੇ ਬਾਹਰੋਂ ਦੋਵਾਂ ਥਾਵਾਂ ਤੋਂ ਨਿਰਮਲ ਵੇਖਣਾ ਚਾਹੁੰਦਾ। ਇਹ ਨਹੀਂ ਹੈ ਵੀ ਅੰਦਰੋਂ ਬੰਦਾ ਠੀਕ ਹੈ। ਅਸਲ ਵਿੱਚ ਤੇ ਹੁੰਦਾ ਹੀ ਇਹ ਹੈ, ਜਦੋਂ ਮਨ ਪਵਿੱਤਰ ਹੋ ਗਿਆ ਨਾ, ਫਿਰ ਜੀਭ ਮਾੜਾ ਬੋਲ ਹੀ ਨਹੀਂ ਸਕਦੀ, ਕਿਉਂਕਿ ਉਹ ਕਿਸੇ ਦੇ ਅਵਗੁਣ ਵੇਖਦੀ ਨਹੀਂ। ਅਵਗੁਣ ਵੇਖੋਗੇ, ਫਿਰ ਯਾਦ ਰੱਖਿਓ ਨੁਕਤਾ ਫਿਲਾਸਫੀ ਦਾ, ਅਵਗੁਣ ਵੇਖੋਗੇ ਤੇ ਅੰਦਰ ਅਵਗੁਣ ਜਾਏਗਾ। ਅੰਦਰ ਅਵਗੁਣ ਹੋਏਗਾ, ਉਹ ਅਵਗੁਣ ਕਦੇ ਅੱਖਾਂ 'ਚੋਂ ਪ੍ਰਗਟ ਹੋਏਗਾ, ਕਦੇ ਕੰਨਾਂ ਤੋਂ, ਕਦੇ ਜੀਭ ਤੋਂ। ਅੰਦਰ ਅਵਗੁਣ ਹੈ ਹੀ ਨਹੀਂ। ਹੋਰ ਸੌਖਾ ਕਰ ਲਈਏ, ਗੱਲ ਸਮਝ ਆ ਜਾਏ। ਭਾਂਡੇ ਵਿੱਚ ਜਿਹੜੀ ਵਸਤੂ ਹੈ ਹੀ ਨਹੀਂ, ਉਹ ਕੱਢੋਗੇ ਕਿਵੇਂ? ਜਿਹੜੀ ਚੀਜ਼ ਕੜਛੀ ਨਾਲ ਬਾਹਰ ਕੱਢਣੀ ਹੈ ਭਾਂਡੇ 'ਚੋਂ, ਉਹ ਭਾਂਡੇ ਵਿੱਚ ਹੋਣੀ ਜ਼ਰੂਰੀ ਹੈ ਨਾ। ਜਿਹੜੀ ਭਾਂਡੇ 'ਚ ਵਸਤੂ ਨਹੀਂ, ਉਹਨੂੰ ਬਾਹਰ ਕਿਵੇਂ ਕੱਢਾਂਗੇ? ਜੀਭ ਤੇ ਬਸ ਕੇਵਲ ਕੜਛੀ ਹੈ, ਹੋਰ ਕੱਖ ਵੀ ਨਹੀਂ। ਜੋ ਅੰਦਰ ਹੈ ਉਹਨੂੰ ਕੱਢ ਕੱਢ ਕੇ ਬਾਹਰ ਰੱਖਦੀ ਹੈ। ਇਸੇ ਰੱਬੀ ਬਚਨਾਂ 'ਚ ਸਤਿਗੁਰੂ ਅੰਤਲੀਆਂ ਪੰਕਤੀਆਂ 'ਚ ਕਿਰਪਾ ਕਰਨਗੇ, ਆਪਾਂ ਸਮਝਾਂਗੇ। ਇਸ ਲਈ ਗੁਰੂ ਕਿਰਪਾ ਕਰੇ, ਜਿਨ੍ਹਾਂ ਦਾ ਅੰਦਰ ਸ਼ੁੱਧ ਹੋ ਗਿਆ, ਨਿਰਮਲੰ ਸੰਤ ਸੰਗੇਨ, ਜਿਹੜੇ ਖੁਦ ਅੰਦਰ ਤੋਂ ਪਵਿੱਤਰ ਨੇ, ਉਹਨਾਂ ਕੋਲ ਬਹਿ ਕੇ ਉਹਨਾਂ ਦੀ ਫਿਜ਼ਾ, ਉਹਨਾਂ ਦੀ ਵਾਈਬ੍ਰੇਸ਼ਨ, ਉਹਨਾਂ ਦੀ ਫਰੀਕੁਐਂਸੀ, ਇਹ ਸਭ ਕੁਝ ਪਵਿੱਤਰ ਹੁੰਦਾ ਹੈ। ਓਟ ਨਾਨਕ ਪਰਮੇਸ਼ਵਰ ਹੈ, ਜਿਹੜੇ ਪਰਮਾਤਮਾ ਦੀ ਓਟ ਤੱਕਦੇ ਹਨ ਜੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨ ਮਿਟਾਈ ਕਾਮ। ਬੜੇ ਧਿਆਨ ਨਾਲ ਸੁਣਿਓ ਸੰਗਤ ਜੀ, ਸੁਚੇਤ ਹੋ ਕੇ। ਅੱਜ ਦੇ ਸਮੇਂ ਦੀ ਮੁੱਢਲੀ ਸਮੱਸਿਆ ਹੈ, ਤੁਹਾਨੂੰ ਮੈਨੂੰ ਲੱਗਦਾ ਹੋਏਗਾ ਕਿ ਫਲਾਣੇ ਦੇਸ਼ ਦੇ ਲੋਕ ਬੜੇ ਸੌਖੇ ਹੈ, ਆਪਾਂ ਭੱਜਦੇ ਹਾਂ, ਸਾਰੇ ਯਤਨ ਕਰਦੇ ਹਾਂ। ਫਲਾਣੇ ਥਾਂ ਦੇ ਲੋਕ ਬੜੇ ਸੌਖੇ ਨੇ। ਜਦੋਂ ਤੁਸੀਂ ਅਥੈਂਟਿਕ ਯਾਦ ਰੱਖਿਆ, ਜੇ ਅੰਕੜੇ ਪੜ੍ਹੋਗੇ ਨਾ, ਜਿਹੜੇ ਦੇਸ਼ ਸਭ ਤੋਂ ਵਿਕਾਸਸ਼ੀਲ ਨੇ, ਧਿਆਨ ਨਾਲ ਸੁਣਿਓ ਪੜ੍ਹੇ ਲਿਖੇ ਸੱਜਣ, ਉਹ ਸਭ ਤੋਂ ਜ਼ਿਆਦਾ ਡਿਪਰੈਸ਼ਨ ਵਿੱਚ ਨੇ। ਸਭ ਤੋਂ ਜ਼ਿਆਦਾ ਸਟਰੈਸ ਉਹਨਾਂ ਕੰਟਰੀਆਂ ਦੀ ਹੈ ਜਿਨ੍ਹਾਂ ਨੂੰ ਸਭ ਤੋਂ ਵਿਕਾਸਸ਼ੀਲ, ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਇਸ ਲਈ ਸਾਹਿਬ ਕਿਰਪਾ ਕਰਦੇ ਨੇ, ਕਹਿਣ ਲੱਗੇ ਮਨੁੱਖ ਦਾ ਜਿਹੜਾ ਮਨ ਹੈ ਉਹ ਕਿਸੇ ਤਰੀਕੇ ਨਾਲ ਸੀਤਲ ਹੋ ਸਕੇ। ਚੰਦਨ ਚੰਦ ਨਾ ਸਰਦ ਰੁੱਤ, ਧਿਆਨ ਨਾਲ ਸਮਝਿਓ।
ਤਿੰਨ ਚੀਜ਼ਾਂ ਬਾਹਰ ਤੋਂ ਠੰਡੀਆਂ ਕਰਦੀਆਂ, ਤਿੰਨ। ਇੱਕ ਕਰਦਾ ਹੈ ਚੰਦਨ, ਦੂਜਾ ਕਰਦਾ ਚੰਦਰਮਾ, ਤੀਜੀ ਕਰਦੀ ਹੈ ਸਰਦੀ ਦੀ ਰੁੱਤ। ਆਪਾਂ ਫਿਰ ਸ਼ਬਦ ਦੁਹਰਾ ਲਈਏ। ਚੰਦਨ ਦੀ ਤਸੀਰ ਠੰਡੀ ਹੁੰਦੀ ਹੈ। ਸਨਾਤਨੀ ਵੀਰਾਂ ਨੂੰ ਪੁੱਛਿਓ, ਅਕਸਰ ਵੱਡੇ ਲੋਕ ਜਦੋਂ ਕੋਈ ਬੰਦਗੀ ਕਰਦੇ ਸੀ, ਮਹਾਤਮਾ ਜੀ ਨੂੰ ਚੰਦਨ ਦਾ ਟਿੱਕਾ ਲਾਉਂਦੇ ਸੀ। ਟਿੱਕਾ ਚੰਦਨ ਦਾ ਹੁੰਦਾ ਸੀ ਪਹਿਲਾਂ, ਉਹਦੀ ਤਸੀਰ ਠੰਡੀ ਹੁੰਦੀ ਸੀ। ਜਦੋਂ ਤੁਸੀਂ ਬਾਣੀ ਪੜ੍ਹੋਗੇ, ਸਿਮਰਨ ਕਰੋਗੇ ਆਰੰਭ ਵਿੱਚ, ਸ਼ੁਰੂ ਵਿੱਚ, ਪਹਿਲੀ ਅਵਸਥਾ 'ਚ, ਤੇ ਕੀ ਹੋਏਗਾ ਤੁਸੀਂ ਅਕਸਰ ਵੇਖੋਗੇ, ਤੁਹਾਡਾ ਮੱਥਾ ਕਰਮ ਹੋਣ ਲੱਗ ਪਏਗਾ। ਤੁਸੀਂ ਅੱਜ ਵੀ ਤਜਰਬਾ ਕਰਿਓ ਪਹਿਲੀ ਵਿੱਚ। ਤੇ ਉਹ ਚੰਦਨ ਦੀ ਤਸੀਰ ਉਹ ਮੱਥੇ ਨੂੰ ਠੰਡਿਆਂ ਕਰਦੀ ਸੀ, ਇੱਥੇ ਲੱਗਦਾ ਸੀ ਤਾਦੀ। ਇਹ ਸੀ ਚੰਦਨ ਦੀ ਤਸੀਰ, ਚੰਦਨ। ਦੂਜਾ ਹੈ ਚੰਦ, ਚੰਦਰਮਾ। ਚੰਦਰਮਾ ਹੁਣ ਠੰਡਾ ਹੈ ਕਿਉਂਕਿ ਰਾਤ ਦਾ ਸੰਬੰਧ ਹੀ ਸੀਤਲਤਾ ਨਾਲ ਹੈ। ਤੇ ਚੰਦਨ ਤੋਂ ਆਉਣ ਵਾਲੀਆਂ ਕਿਰਨਾਂ ਰੇਸ਼ਮਾਂ ਹੁੰਦੀਆਂ, ਉਹ ਠੰਡੀਆਂ ਹੁੰਦੀਆਂ। ਉਹਦੇ ਕਰਕੇ ਹੀ ਆ ਜਿੰਨਾ ਫਰੂਟ, ਜਿੰਨਾ ਕੁਝ ਇਹਦੇ 'ਚ ਮਿਠਾਸ ਪੈਦਾ ਹੁੰਦੀ ਹੈ। ਪਰ ਸਾਹਿਬ ਕਹਿੰਦੇ ਚੰਦਨ ਚੰਦ ਨਾ ਸ਼ਬਦ ਇੱਥੇ ਦੇਲੀ ਦੀਪਕ ਹੈ, ਤਿੰਨਾਂ ਨਾਲ ਲੱਗੇਗਾ। ਨਾ ਚੰਦਨ, ਨਾ ਚੰਦ, ਨਾ ਸਰਦ ਰੁੱਤ। ਹੁਣ ਸਿਆਲ ਦੀ ਰੁੱਤ ਹੈ, ਪੋਹ ਮਾਘ ਆਪਾਂ ਠਰਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਗੱਲ ਯਾਦ ਰੱਖਿਓ, ਇਹ ਠੰਡੇ ਜ਼ਰੂਰ ਹੈ, ਪਰ ਕਦੇ ਸਰਦੀ 'ਚ ਬਹਿ ਕੇ ਵੇਖੀਏ ਮਨ ਨਹੀਂ ਠੰਡਾ ਕਰਦੇ। ਜੇ ਮਨ ਠੰਡਾ ਕਰਦੇ ਹੋ ਤੇ ਬੰਦਾ ਪਹਾੜਾਂ 'ਤੇ ਜਾਏ ਤੇ ਮਨ ਠੰਡਾ ਹੋ ਜਾਏ। ਜੇ ਚੰਦਰਮਾ ਠੰਡਾ ਕਰਦਾ ਹੋਵੇ, ਬੰਦਾ ਅੱਧੀ ਰਾਤ ਨੂੰ ਕੋਠੇ 'ਤੇ ਬਹਿ ਜਾਏ, ਮਨ ਠੰਡਾ ਹੋ ਜਾਏ। ਜੇ ਚੰਦਨ ਠੰਡਾ ਕਰਦਾ ਹੋਵੇ ਤੇ ਬੰਦਾ ਚੰਦਨ ਦਾ ਲੇਪ ਹੀ ਕਰ ਲੈ, ਚੰਦਨ ਨਾਲ ਠੰਡਾ ਹੋ ਜਾਏ। ਇਹ ਤਾਂ ਇੰਨਾ ਤਪਦਾ ਹੈ, 20 ਮਾਈਨਸ ਟੈਂਪਰੇਚਰ, 25 30 ਮਾਈਨਸ ਟੈਂਪਰੇਚਰ ਜਿਨ੍ਹਾਂ ਕੰਟਰੀਆਂ 'ਚ, ਉਹਨਾਂ ਦੇ ਅੰਦਰ ਰਹਿਣ ਵਾਲੇ ਬੰਦੇ ਵੀ ਅੰਦਰੋਂ ਤੜਫੀ ਜਾਂਦੇ ਨੇ। ਬੇਨਤੀ ਸੁਣਿਓ ਬੜੇ ਪਿਆਰ ਨਾਲ, ਬਹੁਤ ਧਿਆਨ ਨਾਲ, ਔਰ ਯਤਨ ਵੀ ਕਰਿਓ, ਇੱਥੇ ਕੰਮ ਕਰਿਓ। ਤਨ ਲਈ ਅਸੀਂ ਬਹੁਤ ਕੁਝ ਕਰ ਲਿਆ, ਤਨ ਲਈ ਬਹੁਤ ਕੁਝ ਇਕੱਠਾ ਕਰ ਲਿਆ। ਤਨ ਨੂੰ ਸ਼ਿੰਗਾਰਨ ਦੇ ਯਤਨ ਕਰ ਲੈ, ਤਨ ਨੂੰ ਸਵਾਰਨ ਦੇ ਯਤਨ ਕਰ ਲੈ। ਬਾਪੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਥੋੜ੍ਹਾ ਜਿਹਾ ਯਤਨ ਮਨ ਲਈ ਵੀ ਕਰ। ਇਸ ਮਨ ਕੋ ਕੋਈ ਖੋਜੋ ਭਾਈ, ਇਹਨੂੰ ਵੀ ਖੋਜਣਾ ਭਲਿਆ। ਇਹਨੂੰ ਖੋਜ ਕੇ ਮਿਲੂਗਾ ਕੀ? ਬੰਦਾ ਕਹਿੰਦਾ ਮੈਂ ਤਨ ਨਾਲ ਭੱਜਦਾ, ਮੈਂ ਸਾਧਨ ਇਕੱਠੇ ਕਰਦਾ, ਮਨ ਨੂੰ ਖੋਜ ਕੇ ਕੀ ਮਿਲੇਗਾ? ਸਾਹਿਬ ਕਹਿੰਦੇ ਮਿਲੂਗਾ ਮਨ ਖੋਜਤ ਨਾਮ ਨਵੈ ਨਿਧ ਪਾਈ। ਇਹ ਸੀਤਲ ਹੋ ਜਾਏਗਾ। ਜਿਵੇਂ ਮਨ ਸੀਤਲ ਹੋਏਗਾ, ਬੜੇ ਖਿਆਲ ਨਾਲ ਸੁਣਿਓ ਜੀ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਮੂਲ ਦਾ ਅਰਥ ਹੈ ਮੂਲ ਤੋਂ, ਲੱਲੀ ਦੀ ਸਿਹਾਰੀ, ਮੂਲ ਤੋਂ, ਮੁੱਢ ਤੋਂ। ਘਾਮ ਦਾ ਅਰਥ ਹੁੰਦਾ ਤਪਸ਼। ਜਿਹੜੀ ਮਨ ਦੀ ਤਪਸ਼ ਹੈ ਨਾ, ਵਿਕਾਰਾਂ ਦੀ, ਤ੍ਰਿਸ਼ਨਾ ਦੀ, ਇਹ ਕੀ ਹੈ? ਡਬੋਈ ਜਾਂਦੀ ਹੰਸ ਹੇਤ, ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਆ ਚਰਨੀ ਲੱਗ। ਮਨ ਤਪਦਾ ਹੈ। ਜਿਵੇਂ ਜਿਵੇਂ ਮਨ ਸੀਤਲ ਹੋਏਗਾ, ਉਵੇਂ ਉਵੇਂ ਮਨ ਸੰਤਾਪ ਤੋਂ ਹਟੇਗਾ। ਬੜੇ ਧਿਆਨ ਨਾਲ ਸੁਣਿਓ ਸਿਆਣੇ ਸੱਜਣ ਨੁਕਤਾ। ਜਿੰਨਾ ਮਨ ਸੀਤਲ ਹੋਏਗਾ, ਮਨ ਇਕਾਗਰ ਹੋਏਗਾ। ਜਿੰਨਾ ਮਨ ਇਕਾਗਰ ਹੋਏਗਾ, ਮਨ ਤੰਦਰੁਸਤ ਹੋਏਗਾ। ਅੱਜ 90% ਰੋਗ ਮਨ ਦੇ ਹੈ। ਕੋਈ ਡਾਕਟਰ ਸੱਜਣ ਸੁਣਦਾ ਹੋਵੇ, ਧਿਆਨ ਦਿਆ ਜੇ। ਡਾਕਟਰ ਤਨ ਨੂੰ ਠੀਕ ਕਰਨ ਦਾ ਯਤਨ ਕਰਦਾ, ਠੀਕ ਹੋ ਹੀ ਨਹੀਂ ਰਿਹਾ ਬੰਦਾ। ਦਵਾਈਆਂ ਵੱਧ ਰਹੀਆਂ, ਐਕਸਰੇ ਵੱਧ ਰਹੇ, ਡਾਕਟਰ ਵੱਧ ਰਹੇ, ਠੀਕ ਹੋ ਰਿਹਾ ਬੰਦਾ, ਹੋਰ ਬਿਮਾਰ ਹੋ ਰਿਹਾ। ਨੁਕਸ ਗੁਰਦੇ 'ਚ ਹੋਵੇ, ਐਕਸਰਾ ਗੋਡੇ ਦਾ ਹੋ ਰਿਹਾ, ਗੁਰਦਾ ਕਿਵੇਂ ਠੀਕ ਹੋਏਗਾ? ਨੁਕਸ ਬ੍ਰੇਨ 'ਚ ਹੈ, ਯਾਦ ਰੱਖਿਆ ਜੇ। ਤੇ ਇੱਧਰੋਂ ECG ਹਾਰਟ ਦੀ ਕੀਤੀ ਜਾ ਰਹੀ ਹੈ, ਬ੍ਰੇਨ ਕਿਵੇਂ ਠੀਕ ਹੋਏਗਾ? ਨੁਕਸ ਮਨ ਵਿੱਚ ਹੈ, ਇਲਾਜ ਤਨ ਦੇ ਹੋ ਰਹੇ ਨੇ, ਨਹੀਂ ਠੀਕ ਹੋਏਗਾ। ਮਨ ਤੜਫ ਰਿਹਾ, ਤਨ ਨੂੰ ਜਿੰਨੇ ਮਰਜ਼ੀ ਏਸੀਆਂ 'ਚ ਭਾਈ ਜਾਓ, ਕੋਈ ਅਸਰ ਨਹੀਂ ਹੋਣ ਵਾਲਾ। ਇਸ ਲਈ ਸਾਹਿਬ ਕਹਿੰਦੇ ਮੂਲ ਨਾ ਮਿਟਈ ਘਾਮ, ਇਹਦੀ ਅੱਗ, ਇਹਦੀ ਤ੍ਰਿਸ਼ਨਾ ਨਹੀਂ ਮਿਟਦੀ। ਤਿੰਨੇ ਤਰੀਕਿਆਂ ਨਾਲ ਹੀ ਅੰਦਰ ਤੋਂ ਠੰਡਾ ਨਹੀਂ ਹੁੰਦਾ ਜੀ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਹੁਣ ਸਵਾਲ ਖੜਾ ਹੋ ਗਿਆ ਸੀ, ਸਤਿਗੁਰੂ ਮੂਲ ਨਾ ਮਿਟੇ ਘਾਮ, ਇਹ ਮਿਟਦੀ ਨਹੀਂ? ਸਤਿਗੁਰੂ ਕਹਿੰਦੇ ਭਲਿਆ ਮਿਟਦੀ ਹੈ। ਸੁਣਿਓ, ਜਿਹੜੇ ਤਰੀਕੇ ਨਾਲ ਮਿਟਦੀ ਹੈ ਉਹ ਤੂੰ ਕਰਦਾ ਹੀ ਨਹੀਂ। ਜਿਹੜੇ ਤਰੀਕੇ ਨਾਲ ਮਿਟਦੀ ਉਹ ਤੂੰ ਕਰਦਾ ਹੀ ਨਹੀਂ। ਹੁਣ ਜਿਹੜੀ ਇਹਦੀ ਵੈਕਸੀਨੇਸ਼ਨ ਹੈ, ਜਿਹੜੀ ਇਹਦੀ ਦਵਾਈ ਹੈ, ਜਿਹੜਾ ਇਹਦਾ ਇਲਾਜ ਹੈ, ਉਹ ਆਪਾਂ ਕਰਦੇ ਹਾਂ ਜੀ। ਕਿਹੜਾ ਸੱਜਣ ਆਪਣੇ 'ਚੋਂ? ਅਸੀਂ ਨਿਤਨੇਮ ਵੀ ਬੜੀ ਮੁਸ਼ਕਲ ਨਾਲ ਕਰਦੇ ਹਾਂ, ਅਤੇ ਜੇ ਕੋਈ ਇੱਕ ਦੋ ਬਾਣੀਆਂ ਵੱਧ ਪੜ੍ਹਦੇ ਉਹ ਗਿਣ ਕੇ ਪੜ੍ਹਦੇ। ਅੱਜ ਮੈਂ 2 ਹੋਰ ਕੀਤੇ ਪਾਠ, ਅਤੇ ਗੁਰੂ ਨੇ ਤਾਂ ਕਦੇ ਤੈਨੂੰ ਗਿਣ ਕੇ ਸਾਹ ਭਲਿਆ ਦਿੱਤੇ ਹੋਏ ਹੈ, ਆ ਰਹੇ ਹੈ, ਖੂਨ ਮਿਲ ਰਿਹਾ, ਦਾਤਾਂ ਮਿਲ ਰਹੀਆਂ, ਉਹਨੇ ਤਾਂ ਕਦੇ ਗਿਣਿਆ ਹੀ ਨਹੀਂ। ਉਹ ਅਣਗਿਣਤ ਦਿੰਦਾ ਹੈ, ਅਣਮੰਗਿਆਂ ਦਾਨ ਦੇਵਣਾ, ਅਤੇ ਤੂੰ 2 ਪਾਠ ਵੀ ਗਿਣ ਕੇ ਕਰਦਾ। ਕਰ ਜਿੰਨੇ ਮਰਜ਼ੀ, ਗਿਣਤੀ ਤੋਂ ਉੱਪਰ ਉੱਠ ਕੇ ਕਰ, 10 ਕਰ, 20 ਕਰ। ਇਸ ਲਈ ਗੁਰੂ ਰਹਿਮਤ ਕਰੇ। ਫਿਰ ਤਰੀਕਾ ਕਿਹੜਾ? ਸਾਹਿਬ ਕਿਰਪਾ ਕਰਦੇ ਨੇ। ਸੀਤਲ ਥੀਵੈ ਨਾਨਕਾ,
ਉਹ ਥਾਂ ਸੀਤਲ ਹੁੰਦਾ ਹੈ, ਉਹ ਹਿਰਦਾ ਸੀਤਲ ਹੁੰਦਾ ਹੈ। ਜਾਂ ਪੰਦੜੋ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਨਾ ਜਿਹੜਾ, ਇਹ ਕੇਵਲ ਸੀਤਲ ਕਰਦਾ ਹੈ। ਹੁਣ ਇਹ ਆਪਾਂ ਸੋਚਣਾ ਵੀ ਆਪਾਂ ਤੜਫਣਾ ਹੀ ਹੈ ਸਾਰੀ ਜ਼ਿੰਦਗੀ ਕਿ ਸੀਤਲਤਾ ਦਾ ਆਨੰਦ ਵੀ ਮਾਣਨਾ ਹੈ, ਜ਼ਿੰਦਗੀ ਦਾ ਕੋਈ ਰਸ ਵੀ ਮਾਣਨਾ ਕਿ ਕੇਵਲ ਇਹਨੂੰ ਧੱਕਾ ਹੀ ਲਾਉਣ ਲੱਗੇ ਆ। ਦਿਨ ਆਉਂਦਾ ਦਿਨ ਲੰਘਾ ਲਿਆ, ਰਾਤ ਸੌਂ ਕੇ ਗੁਜ਼ਾਰ ਲਈ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਲੰਘਿਆ ਜਾ ਰਿਹਾ, ਸਮਾਂ ਥੋੜ੍ਹੀ ਰੁਕਦਾ। ਜਿੱਦੇ ਤੁਹਾਡੀਆਂ ਮੇਰੀਆਂ ਨਬਜਾਂ ਖੜ ਗਈਆਂ, ਘਰ ਦੇ ਟਾਈਮ ਪੀਸ ਦੀਆਂ ਸੂਈਆਂ ਉੱਦੇ ਵੀ ਚੱਲਣਗੀਆਂ। ਜਿੱਦੇ ਦਿਲ ਰੁਕ ਗਿਆ, ਬੋਝੇ 'ਚ ਪਾਇਆ ਟੈਲੀਫੋਨ ਦਾ ਸਮਾਂ ਉੱਦੇ ਵੀ ਚੱਲੇਗਾ। ਇਹਨੇ ਥੋੜ੍ਹੀ ਰੁਕਣਾ ਹੈ, ਇਹਨੇ ਗੁਜ਼ਰਦੇ ਜਾਣਾ ਹੈ। ਇਸ ਲਈ ਸਾਹਿਬ ਕਹਿਣ ਲੱਗੇ ਇਹਨੂੰ ਠਾਰ, ਤੇ ਜਿੰਨਾ ਇਹ ਸੀਤਲ ਹੁੰਦਾ ਜਾਏਗਾ ਨਾ, ਜਾਂ ਇਹ ਕਹਿ ਲਓ ਜਿੰਨਾ ਨਾਮ ਨੂੰ ਸੁਣੋਗੇ, ਬਾਣੀ ਨੂੰ ਸੁਣੋਗੇ, ਉਹਨਾਂ ਹਿਰਦਾ ਸੀਤਲ ਹੋਏਗਾ। ਜਿਵੇਂ ਜਿਵੇਂ ਮਨ ਸੀਤਲ ਹੁੰਦਾ ਗਿਆ, ਮਨ ਠਰਦਾ ਗਿਆ, ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਜਾਣਾ ਹੈ। ਇੱਕ ਦਿਨ ਬਣ ਜਾਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਲਈ ਸਾਹਿਬ ਕਿਰਪਾ ਕਰਦੇ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਇੱਕ ਬੇਨਤੀ ਸੁਣਿਓ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਹਿਣ ਲੱਗੇ ਇੱਕ ਘੁਮਿਆਰ ਸੱਜਣ ਸੀ, ਉਹਦਾ ਕੰਮ ਸੀ ਉਹ ਚਿਲਮਾਂ ਬਣਾਉਂਦਾ ਸੀ, ਮਿੱਟੀ ਦੀਆਂ ਕੱਚੀਆਂ ਬਣਾ ਕੇ ਪਕਾ ਕੇ ਵੇਚਦਾ ਸੀ। ਉਹਦੀ ਘਰ ਵਾਲੀ ਨੇ ਕਿਹਾ ਉਹਨੇ ਚਿਲਮਾਂ ਬਣਾ ਲਈਆਂ ਕੁਝ ਮਿੱਟੀ ਗੁੰਨ ਕੇ। ਉਹ ਕਹਿਣ ਲੱਗੀ ਭਲਿਆ ਅੱਗੇ ਰੁੱਤ ਬਦਲਣ ਲੱਗੀ ਹੈ, ਚਿਲਮਾਂ ਨਾ ਬਣਾ। ਕਹਿਣ ਲੱਗਾ ਹੋਰ ਕੀ ਕਰਾਂ? ਕਹਿਣ ਲੱਗੀ ਅੱਗੇ ਰੁੱਤ ਗਰਮੀ ਦੀ ਆਉਣ ਲੱਗੀ ਹੈ, ਮੇਰਾ ਖਿਆਲ ਹੈ ਇਹਨੂੰ ਬਦਲ ਦੇ, ਹੁਣ ਤੂੰ ਸਰਾਈ ਬਣਾ। ਉਹ ਕਹਿਣ ਲੱਗਾ ਕਿਉਂ? ਕਹਿੰਦੀ ਗਰਮੀ ਆਉਂਦੀ ਹੈ ਵਿਕੇਗੀ। ਉਹਨੇ ਜਿੰਨੀਆਂ ਚਿਲਮਾਂ ਬਣਾਈਆਂ ਸੀ ਨਾ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਗੁਰੂ ਦਾ ਬਚਨ ਸੁਣ ਕੇ ਬਦਲ ਦਿਓ, ਅੱਜ ਤੋਂ ਚਿਲਮ ਨਹੀਂ ਬਣਨਾ। ਇਹ ਬੇਨਤੀ ਸੁਣਿਓ। ਉਹਨੇ ਚਿਲਮਾਂ ਬਣਾਈਆਂ ਹੋਈਆਂ, ਢਾਹ ਲਈਆਂ, ਮਿੱਟੀ ਫਿਰ ਗੁੰਨ ਲਈ। ਉਹ ਗੁੰਨ ਕੇ ਨਾ ਮਿੱਟੀ ਉਹਨੇ ਸਰਾਈ ਬਣਾ ਲਈ, 2-4 ਸਰਾਈਆਂ ਬਣਾ ਲਈਆਂ। ਜਦੋਂ ਸਰਾਹੀ ਬਣ ਗਈ ਨਾ ਉਸੇ ਮਿੱਟੀ ਦੀ ਜਿਹਦੀ ਚਿਲਮ ਬਣੀ ਸੀ, ਸੁਣਿਓ ਧਿਆਨ ਨਾਲ, ਕਹਿੰਦੇ ਮਿੱਟੀ 'ਚੋਂ ਆਵਾਜ਼ ਆਈ। ਉਹਨੇ ਘੁਮਾਰ ਵੀਰ ਨੂੰ, ਬਣਾਉਣ ਵਾਲੇ ਨੂੰ ਕਿਹਾ ਤੇਰਾ ਬਹੁਤ ਧੰਨਵਾਦ, ਤੂੰ ਮੇਰਾ ਜੀਵਨ ਵੀ ਬਦਲਤਾ ਹੈ ਤੇ ਮੇਰਾ ਰੂਪ ਵੀ ਬਦਲਤਾ ਹੈ, ਤੇਰਾ ਧੰਨਵਾਦ। ਉਹ ਘੁਮਾਰ ਨੇ ਉਸ ਮਿੱਟੀ ਨੂੰ ਕਿਹਾ, ਕਹਿਣ ਲੱਗਾ ਭਲੀਏ ਤੇਰੀਆਂ ਚਿਲਮਾਂ ਵੀ ਬਣਨੀਆਂ ਸੀ ਤੇ ਤੇਰੀ ਸਰਾਈ ਬਣ ਗਈ, ਤੈਨੂੰ ਕੀ ਫਰਕ ਪਿਆ? ਤੂੰ ਚਿਲਮ ਬਣ ਕੇ ਵੀ ਅੱਗ ਵਿੱਚ ਤਪ ਕੇ ਹੀ ਤਪਣਾ ਸੀ, ਪੱਕਣਾ ਸੀ, ਤੇ ਹੁਣ ਵੀ ਤੈਨੂੰ ਅੱਗ 'ਚ ਪਾ ਕੇ ਤਪਾਇਆ ਜਾਣਾ, ਤੇਰਾ ਕੁਝ ਵੀ ਨਹੀਂ ਬਦਲਿਆ। ਉਹ ਕਹਿੰਦੀ ਨਹੀਂ, ਸੋਚ ਲੰਮਾ, ਤੂੰ ਮੇਰਾ ਵੀ ਜੀਵਨ ਬਦਲਤਾ ਹੈ, ਮੇਰਾ ਰੂਪ ਵੀ ਬਦਲ ਗਿਆ। ਅਗਲੀ ਗੱਲ, ਜਿਹੜਾ ਮੇਰੇ ਕੋਲੇ ਆਏਗਾ ਉਹਨੂੰ ਵੀ ਸੀਤਲਤਾ ਮਿਲੇਗੀ, ਉਹਦਾ ਜੀਵਨ ਵੀ ਬਦਲੇਗਾ। ਖੈਰ ਆਪਾਂ ਗੱਲ ਛੋਟੀ ਕਰੀਏ। ਘੁਮਾਰ ਨੇ ਕਿਹਾ ਕਿੱਦਾਂ? ਉਹ ਕਹਿਣ ਲੱਗੀ ਵੇਖ ਤੂੰ ਬਣਾਉਣਾ ਸੀ ਮੇਰੀ ਚਿਲਮ, ਤੇ ਚਿਲਮ ਵਿੱਚ ਤੁਸੀਂ ਜਾਣਦੇ ਹੋ ਲੋਕ ਅੱਗ ਪਾਉਂਦੇ ਨੇ, ਵਿੱਚ ਕੋਈ ਨਸ਼ਾ ਪਾਉਂਦੇ ਨੇ, ਫਿਰ ਪੀਂਦੇ ਨੇ। ਉਹ ਕਹਿੰਦੀ ਮੈਂ ਵੀ ਤਪਣਾ ਸੀ, ਤਪ ਕੇ ਤਾਂ ਇੱਕ ਵਾਰੀ ਬਣਨਾ ਹੀ ਪੈਂਦਾ, ਇੱਕ ਵਾਰੀ ਤਪ ਲਿਆ ਕੋਈ ਗੱਲ ਨਹੀਂ, ਮੁੜ ਕੇ ਸਦਾ ਹੀ ਤਪਣਾ ਸੀ। ਮੇਰੇ 'ਚ ਅੱਗ ਪੈਣੀ ਸੀ, ਮੈਂ ਰੋਜ਼ ਤਪਣਾ ਸੀ। ਜਿਹਨੇ ਮੇਰੇ 'ਚ ਕੋਈ ਨਸ਼ਾ ਪਾ ਕੇ ਪੀਣਾ ਸੀ ਉਹਨੇ ਵੀ ਰੋਜ਼ ਤਪਣਾ ਸੀ। ਇਕੱਲਾ ਉਹਨੇ ਨਹੀਂ ਤਪਣਾ ਸੀ, ਉਹਦੇ ਘਰਦਿਆਂ ਨੇ ਵੀ ਰੋਜ਼ ਤਪਣਾ ਸੀ। ਚਿਲਮ ਬਣ ਕੇ ਮੈਂ ਵੀ ਰੋਜ਼ ਤਪਣਾ, ਪੀਣ ਵਾਲੇ ਨੇ ਵੀ ਤਪਣਾ, ਘਰਦਿਆਂ ਨੇ ਵੀ ਤਪਣਾ। ਕਹਿੰਦੀ ਹੁਣ ਮੇਰਾ ਜੀਵਨ ਵੀ ਬਦਲ ਗਿਆ, ਮੇਰਾ ਰੂਪ ਵੀ ਬਦਲ ਗਿਆ। ਉਹ ਕਹਿੰਦਾ ਉਹ ਕਿੱਦਾਂ? ਕਹਿੰਦੀ ਵੇਖ ਹੁਣ ਮੈਨੂੰ ਲੋਕ ਚਿਲਮ ਨਹੀਂ, ਹੁਣ ਮੈਨੂੰ ਸਰਾਹੀ ਕਹਿਣਗੇ, ਤੇ ਮੇਰਾ ਜੀਵਨ ਇਹ ਬਦਲ ਗਿਆ। ਅੱਗੇ ਰੋਜ਼ ਮੇਰੇ 'ਚ ਅੱਗ ਪੈਣੀ ਸੀ, ਹੁਣ ਮੇਰੇ 'ਚ ਪਾਣੀ ਪੈਣਾ ਠੰਡਾ। ਪਾਣੀ ਪਵੇਗਾ ਮੈਂ ਠੰਡਾ ਕਰਕੇ ਦਿਆਂਗੀ। ਜਿਹੜਾ ਮੇਰੇ ਕੋਲ ਆਏਗਾ, ਅੱਗੇ ਮੇਰੇ ਕੋਲ ਆਉਣ ਵਾਲੇ ਨੇ ਵੀ ਤਪਣਾ ਸੀ, ਮੈਂ ਖੁਦ ਵੀ ਤਪਣਾ ਸੀ, ਹੁਣ ਮੈਂ ਖੁਦ ਵੀ ਅੰਦਰੋਂ ਠੰਡੀ ਰਹਾਂਗੀ, ਤੇ ਜਿਹੜਾ ਮੇਰੇ ਕੋਲੇ ਆਏਗਾ ਉਹਨੂੰ ਠੰਡਾ ਪਾਣੀ ਪਿਆਂਗੇ, ਉਹ ਵੀ ਠੰਡਾ ਹੋ ਜਾਏਗਾ। ਇਸ ਲਈ ਤੁਹਾਡੇ ਚਰਨਾਂ 'ਚ ਬੇਨਤੀ ਹੈ, ਆਪਾਂ ਚਿਲਮ ਨਹੀਂ ਬਣਨਾ, ਜ਼ਿੰਦਗੀ 'ਚ ਸਰਾਈਆਂ ਬਣਨਾ ਹੈ। ਜਿਹੜਾ ਆਪਣੇ ਕੋਲ ਆਏ ਉਹਨੂੰ ਸੀਤਲਤਾ ਮਿਲੇ। ਕਿਹੜੇ ਰਸਤੇ ਤੁਰੇ ਅਸੀਂ? ਗੁਰੂ ਰਹਿਮਤ ਕਰੇ, ਜਦੋਂ ਅਸੀਂ ਨਾਮ ਨਾਲ ਜੁੜਾਂਗੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਦੇ ਜਪਣ ਦੀ ਨਿਸ਼ਾਨੀ ਪੌੜੀ ਅੰਦਰ ਸਤਿਗੁਰੂ ਅਖੀਰਲੀ ਪੰਕਤੀ 'ਚ ਕਿਰਪਾ ਕਰਨਗੇ। ਉਦੋਂ ਆਪਾਂ ਇਹਨੂੰ 2 ਮਿੰਟ ਵਿਸਤਾਰ ਨਾਲ ਸਮਝਾਂਗੇ। ਇਸ ਲਈ ਸਿਮਰਨ ਕਰਨ ਵਾਲੇ ਹੀ ਅੰਦਰ ਤੋਂ ਠੰਡੇ, ਸੀਤਲ ਤੇ ਸਹਿਜ ਵਿੱਚ ਹੁੰਦੇ ਹਨ ਜੀ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨਾ। ਹੁਣ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਵਾਰ ਦੀ ਪੌੜੀ ਅੰਦਰ ਕਿਰਪਾ ਕਰਦੇ ਨੇ। ਕਹਿਣ ਲੱਗੇ ਉਧਾਰ ਕਿੰਨਾ ਦਾ ਹੁੰਦਾ ਫਿਰ? ਕਿਉਂਕਿ ਸ਼ਲੋਕ ਉਹਦੇ ਨਾਲ ਰਿਲੇਟਡ ਹੈ ਨਾ, ਪੌੜੀ ਦੇ ਨਾਲ ਜੁੜਿਆ ਹੋਇਆ।
ਚਰਨ ਕਮਲ ਕੀ ਓਟ ਉਧਰੈ ਸਗਲ ਜਨ। ਕਹਿਣ ਲੱਗੇ ਇਹ ਨਹੀਂ ਵੀ 1 2 4 10 20 ਹਜ਼ਾਰ, ਜਿਨ੍ਹਾਂ ਨੇ ਵੀ ਚਰਨ ਕਮਲ ਦੀ ਓਟ ਲੈ ਲਈ, ਸਾਹਿਬ ਕਹਿਣ ਲੱਗੇ ਉਹ ਸਾਰਿਆਂ ਦਾ ਹੀ ਉਧਾਰ ਹੁੰਦਾ ਹੈ ਜੀ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਾਨਾ। ਤੁਹਾਡਾ ਕਿਸੇ ਬਹੁਤ ਵੱਡੇ ਰਾਜਨੀਤਿਕ ਬੰਦੇ ਨਾਲ ਆਉਣ ਜਾਣ ਹੋਵੇ, ਪ੍ਰਤਾਪ ਦਾ ਇੱਥੇ ਅਰਥ ਵਡਿਆਈ ਵੀ ਹੈ, ਪ੍ਰਤਾਪ ਦਾ ਅਰਥ ਸਮਰੱਥਾ, ਬਲ, ਤਾਕਤ ਵੀ ਹੈ। ਤੇ ਆਪਾਂ ਕੀ ਕਹਿੰਦੇ ਆ, ਆਪਾਂ ਉਹ ਬੰਦਾ ਕਹਿੰਦਾ ਕੋਈ ਗੱਲ ਨਹੀਂ, ਆਪਣੇ ਕੋਲੇ ਵੱਡੇ ਵੱਡੇ ਪ੍ਰਤਾਪ ਵਾਲਾ ਬੰਦਾ, ਆਪਾਂ ਨੂੰ ਕੋਈ ਪਰਵਾਹ ਨਹੀਂ, ਅਕਸਰ ਉਹ ਡਰਨੋਂ ਹਟ ਜਾਂਦਾ। ਤੇ ਰੱਬ ਦੇ ਪਿਆਰੇ ਰੱਬ ਦਾ ਪ੍ਰਤਾਪ ਜਦੋਂ ਸੁਣਦੇ ਆ, ਜਾਣ ਲੈਂਦੇ ਆ, ਨਿਰਭਉ ਭਏ ਮਨ। ਪਰ ਉਹਨਾਂ ਦਾ ਨਿਰਭਉ ਹੋਣਾ ਇਹ ਨਹੀਂ ਹੁੰਦਾ ਵੀ ਉਹ ਲੋਕਾਂ ਤੋਂ ਆਪਾਂ ਜਿੱਦਾਂ ਪੰਜਾਬੀ 'ਚ ਕਹੀਏ ਡਰਾਉਂਦੇ ਨੇ, ਨਹੀਂ ਨਹੀਂ, ਉਹ ਡਰਨੋਂ ਹਟ ਜਾਂਦੇ ਨੇ। ਇੱਥੋਂ ਤੱਕ ਸਰੀਰ ਤਿਆਗ ਦਿੰਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਸੰਗ ਤੁਮਹਾਰੇ ਬਸਤੇ, ਇਹੋ ਡਰਨ ਕਾਹਾਂ ਤੇ ਆਇਆ। ਇਸ ਲਈ ਸੁਣ ਪ੍ਰਤਾਪ ਗੋਵਿੰਦ, ਉਹ ਮਾਲਕ ਪ੍ਰਮਾਤਮਾ ਦਾ ਪ੍ਰਤਾਪ, ਤਾਕਤ, ਵਡਿਆਈ ਸੁਣ ਕੇ ਉਹਨਾਂ ਦੇ ਮਨ ਡਰ ਤੋਂ ਰਹਿਤ ਹੋ ਜਾਂਦੇ ਹਨ ਜੀ। ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ। ਬਾਕੀ ਹਰੇਕ ਧਨ 'ਚ ਟੋਟਾ ਆਉਂਦਾ ਜੀ। ਅੱਜ ਧਨ ਕਮਾਇਆ, ਕੱਲ ਪ੍ਰੋਫਿਟ ਘਟ ਗਿਆ, ਕਦੇ ਵੱਧ ਗਿਆ, ਕਦੇ ਮੂਲ ਵੀ ਜਾਂਦਾ ਲੱਗਾ। ਸਾਹਿਬ ਕਹਿੰਦੇ ਰੱਬ ਦੇ ਪਿਆਰਿਆਂ ਨੇ ਜਿਹੜਾ ਧਨ ਕਮਾਇਆ ਨਾ, ਇਹਦੇ 'ਚ ਟੋਟਾ ਨਹੀਂ। ਇਹ ਕੀ ਹੈ? ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਕੀ ਹੈ? ਟੋਟ ਨਾ ਆਵੈ ਵੱਧ ਤੋਂ ਜਾਈ। ਇਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਨਾ ਜੀ 20 ਟਕਿਆਂ ਦਾ, 20 ਰੁਪਈਆਂ ਦਾ ਇੱਕ ਵਾਰੀ ਇਹ ਧਨ ਚਲਾ ਦਿੱਤਾ ਹੈ। ਸਾਰੀ ਦੁਨੀਆ 'ਚ ਕੋਈ ਸਮੱਸਿਆ ਆਉਂਦੀ ਹੈ, ਇਹ ਧਨ ਉੱਥੇ ਵਰਤਿਆ ਜਾਂਦਾ ਹੈ। ਇਹ ਬਾਹਰੀ ਤੌਰ 'ਤੇ ਵੀ ਨਹੀਂ ਮੁੱਕਦਾ, ਤੇ ਸਾਨੂੰ ਇੱਕ ਭਰੋਸਾ ਕਰਨ ਦੀ ਲੋੜ ਹੈ। ਜੇ ਧਨ ਲੰਗਰ ਰੂਪ 'ਚ ਬਾਹਰੀ ਤੌਰ 'ਤੇ ਨਹੀਂ ਮੁੱਕਦਾ, ਤੇ ਸਿੱਖਾ ਜਦੋਂ ਅੰਦਰ ਤੇਰੇ ਨਾਮ ਧਨ ਟਿਕ ਜਾਏਗਾ, ਕਿਵੇਂ ਮੁੱਕੇਗਾ? ਇਸ ਲਈ ਟੋਟ ਨਾ ਆਵੈ ਮੂਲ, ਰੰਚਕ ਮਾਤਰ ਵੀ ਟੋਟ ਨਹੀਂ ਆਉਂਦੀ। ਸੰਚਿਆ ਨਾਮ ਧਨ, ਜਿਨ੍ਹਾਂ ਨੇ ਨਾਮ ਧਨ ਇਕੱਠਾ ਕੀਤਾ ਹੈ ਜੀ। ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ। ਸਾਹਿਬ ਕਹਿਣ ਲੱਗੇ ਸੰਤ ਜਨਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਸਤ ਸੰਗਤ, ਇਹ ਬਹੁਤ ਵੱਡੇ ਪੁੰਨਾਂ ਨਾਲ ਮਿਲਦੀ ਹੈ, ਕੋਈ ਚੰਗੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਜੀ। 8 ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ। ਸਾਹਿਬ ਕਹਿਣ ਲੱਗੇ ਇਹਦਾ ਰਿਜ਼ਲਟ ਇਹ ਹੈ, ਲਾਸਟ ਪੰਕਤੀ ਬੜੇ ਖਿਆਲ ਨਾਲ ਸੁਣਿਆ ਜੀ। 8 ਪਹਿਰ ਹਰ ਧਿਆਏ, 8 ਪਹਿਰ 24 ਘੰਟੇ, ਨਿਸ ਦਿਨ, ਡੇ ਨਾਈਟ, ਲਗਾਤਾਰ ਕੰਟੀਨਿਊਸਲੀ ਮਾਲਕ ਪਰਮਾਤਮਾ ਨੂੰ ਧਿਆਉਣ ਦਾ ਇੱਕ ਨੁਕਤਾ ਸੁਣਿਆ ਜੀ। ਹਰ ਜਸ ਨਿਤ ਸੁਣ, ਨਿਤ ਸੁਣ ਨੂੰ ਚੇਤੇ ਰੱਖਿਓ। ਇੱਕ ਹੁੰਦਾ ਪੜ੍ਹਨਾ, ਇਹ ਜ਼ਿੰਦਗੀ 'ਚ ਕੰਮ ਆਏਗੀ, ਗੱਲ ਬੜੇ ਪਿਆਰ ਨਾਲ ਸੁਣਿਓ ਜੀ। ਇੱਕ ਹੁੰਦਾ ਪੜ੍ਹਨਾ, ਬਾਣੀ ਪੜ੍ਹਨੀ ਹੈ, ਪਰ ਪੜ੍ਹਨੀ ਕਾਹਦੇ ਵਾਸਤੇ ਹੈ? ਸੁਣਨ ਵਾਸਤੇ। ਸੁਣੋਗੇ, ਪੜ੍ਹੋਗੇ ਤੇ ਸੁਣੋਗੇ, ਇਹਨੂੰ ਜਪ ਕਹਿੰਦੇ ਨੇ। ਜਪਜੀ ਸਾਹਿਬ ਜਿਹੜੀ ਬਾਣੀ ਨਾ ਜੀ, ਇਹ ਤੇ ਗੁਰੂ ਨਾਨਕ ਸਾਹਿਬ ਨੇ ਛੇਕੜਲੀ ਉਮਰ 'ਚ ਆ ਕੇ ਇਹਨੂੰ ਆਪਾਂ ਕਹੀਏ ਇਕੱਤਰ ਕੀਤਾ ਹੈ। ਇੱਕ ਥਾਂ ਤੇ ਸਾਰੀ ਸੰਗ੍ਰਹਿ ਕੀਤੀ, ਵੱਖਰੇ ਵੱਖਰੇ ਥਾਂ ਤੇ ਉਚਾਰੀਆਂ ਪੌੜੀਆਂ, ਪਰ ਰੱਖਿਆ ਆਰੰਭ 'ਚ ਹੈ। ਜਪਜੀ ਸਾਹਿਬ ਦਾ ਵੀ ਸਰਲੇਖ ਹੈ ਜਪ, ਪਰ ਸਾਰੀ ਬਾਣੀ ਨਾਲ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਵੇਖੋ। ਜਪ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪ। ਕਿੱਦਾਂ ਜਪ? ਜਪਣਾ ਹੈ ਪਹਿਲਾਂ ਪੜ੍ਹਨਾ, ਪੜ੍ਹਦਿਆਂ ਨੂੰ ਸੁਣਨਾ, ਪੜ੍ਹਦਿਆਂ ਨਾਲ ਸੁਣਨ ਨੂੰ ਜਪ ਕਹਿੰਦੇ ਨੇ। ਜਪਣ ਤੋਂ ਬਾਅਦ ਇਹਨੂੰ ਧਿਆਉਣਾ ਕਹਿੰਦੇ ਨੇ। ਧਿਆਨ ਹੁੰਦਾ ਜਿਸ ਦਿਨ ਬੋਲ ਵੀ ਵਿਸਰ ਜਾਂਦੇ ਨੇ, ਅੰਦਰ ਤੋਂ ਸੁਣਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਜਿਵੇਂ ਤੁਸੀਂ ਗੱਡੀ ਸਿੱਖਦੇ ਹੋ, ਸਿੱਖਣ ਲੱਗਿਆ ਉਹਨੂੰ ਥਿਉਰੀ ਕਰਦੇ ਹੋ, ਪੜ੍ਹਨਾ, ਫਿਰ ਉਹਨੂੰ ਅੰਦਰ ਸਮਝਦੇ ਹੋ, ਜਪਣਾ। ਤੇ ਜਦੋਂ ਸਮਝ ਆ ਗਈ, ਤੇ ਫਿਰ ਜਦੋਂ ਗੱਡੀ ਚਲਾਉਣੇ ਹੋ, ਬੰਦਾ ਕਈ ਵਾਰੀ ਮਜਬੂਰੀ 'ਚ ਫੋਨ ਵੀ ਸੁਣਦਾ, ਕੋਈ ਗੱਲ ਵੀ ਕਰਦਾ, ਚੱਲਦਾ ਵੀ ਜਾ ਰਿਹਾ, ਕਰਮ ਨਾਸ਼ ਹੋ ਜਾਂਦਾ, ਗਿਆਨ ਤੇ ਧਿਆਨ ਰਹਿ ਜਾਂਦਾ ਹੈ। ਇੱਦਾਂ ਹੀ ਹੈ, ਹਰ ਜਸ ਨਿਤ ਸੁਣ। ਸਾਹਿਬ ਕਹਿਣ ਲੱਗੇ ਜਦੋਂ ਸੁਣਨ ਲੱਗ ਪਏਗਾ ਨਾ, ਜਿਹੜੇ ਆਪਾਂ ਪਿੱਛੇ ਬਚਨ ਪੜ੍ਹੇ ਨੇ, ਫਿਰ ਧਿਆਨ ਨਾਲ ਸੁਣਿਓ। ਸੁਲਤਾਨਪੁਰ ਸਾਹਿਬ ਦਾ ਗੁਰਦੁਆਰਾ ਅੰਤਰਯਾਮਤਾ ਸਾਹਿਬ ਸਿੱਖਾ ਦੱਸਦਾ ਹੈ, ਬਾਣੀ ਪੜ੍ਹ, ਸਿਮਰਨ ਕਰ, ਰੱਬ ਦੀ ਇਬਾਦਤ ਭਜਨ ਬੰਦਗੀ ਕਰ, ਇਹਨੂੰ ਸੁਣ ਜ਼ਰੂਰ। ਭੋਜਨ ਜਿੰਨੇ ਮਰਜ਼ੀ ਬਣਾ ਕੇ ਰਸੋਈ ਭਰ ਲੈ, ਸੁਣਿਓ। ਜਿਹੜਾ ਭੋਜਨ ਮੂੰਹ 'ਚ ਨਹੀਂ ਪਿਆ, ਕੀ ਤੁਹਾਨੂੰ ਤਾਕਤ ਦੇ ਦੇਗਾ ਜੀ? ਭੋਜਨ ਬਣਾ ਕੇ ਰਸੋਈ ਭਰ ਲਈ ਤਰ੍ਹਾਂ ਤਰ੍ਹਾਂ ਦੇ, ਜਿਹੜਾ ਭੋਜਨ ਮੂੰਹ 'ਚ ਨਹੀਂ ਪਿਆ, ਕੀ ਉਹ ਮੈਨੂੰ ਤਾਕਤ ਦੇਵੇਗਾ? ਬਿਲਕੁਲ ਨਹੀਂ। ਜਿਹੜਾ ਭੋਜਨ ਕੇਵਲ ਮੈਂ ਬਣਾਇਆ ਹੈ, ਮੈਂ ਖਾਧਾ ਨਹੀਂ, ਮੈਨੂੰ ਤਾਕਤ ਨਹੀਂ ਦਿੰਦਾ,
ਜਿਹੜੀ ਬਾਣੀ ਜਿਹੜਾ ਪਾਠ ਮੈਂ ਪੜ੍ਹਿਆ ਹੈ ਪਰ ਮੈਂ ਸੁਣਿਆ ਨਹੀਂ, ਉਹ ਮੇਰੇ ਮਨ ਨੂੰ ਤਾਕਤ ਨਹੀਂ ਦਿੰਦਾ। ਅੱਜ ਸਾਡੀ ਸਮੱਸਿਆ ਇਹ ਹੈ, ਮਨ ਟਿਕਦਾ ਹੈ, ਮਨ ਤੇ ਰਸ ਲੱਭਦਾ, ਪਰ ਮਨ ਤੱਕ ਅਸੀਂ ਜਾਣ ਕਦੋਂ ਦਿੰਦੇ ਹਾਂ। ਇਸ ਲਈ ਸਾਹਿਬ ਕਹਿੰਦੇ ਪੜ੍ਹ ਤੇ ਫਿਰ ਕੀ ਕਰ, ਹਰ ਜਸ ਨਿਤ ਸੁਣ। ਇੱਥੋਂ ਤੱਕ ਸ੍ਰੀ ਮੁੱਖ ਵਾਕ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਨੇ ਕੀਤੀ ਹੈ। ਸਾਹਿਬ ਕਿਰਪਾ ਕਰਨ, ਮਿਹਰਮਤ ਕਰਨ। ਅੱਗੇ ਲੜੀਵਾਰ ਰੱਬੀ ਬਾਣੀ ਦੀ ਜਿਹੜੀ ਵਿਚਾਰ ਚੱਲਦੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 911 ਅੰਗ ਤੇ ਇਹ ਵਿਚਾਰ ਚੱਲ ਰਹੀ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਮੁਕੱਦਸ ਬਚਨ ਨੇ ਰਾਮਕਲੀ ਰਾਗ ਅੰਦਰ। ਆਓ ਪਿਆਰ ਸਹਿਤ ਵਿਚਾਰੀਏ ਤੇ ਸ਼ਰਵਣ ਕਰੀਏ ਜੀ। ਇਕ ਅਨ ਦਿਨ ਭਗਤ ਕਰਹਿ ਦਿਨ ਰਾਤੀ, ਰਾਮ ਨਾਮ ਉਰ ਧਾਰੀ। ਮਾਲਕ ਨੇ ਕਿਰਪਾ ਕੀਤੀ ਹੈ, ਜਿੱਥੋਂ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸੰਪੰਨ ਹੋਈ ਹੈ ਨਾ, ਉੱਥੋਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਨੇ। ਕਹਿੰਦੇ ਇੱਕ ਅਨ ਦਿਨ, ਅਨ ਦਿਨ ਦਾ ਅਰਥ ਹੈ ਇੱਕ ਰਸ। ਬੜੇ ਪਿਆਰ ਨਾਲ ਫਿਰ ਸਮਝਿਓ, ਸਭ ਤੋਂ ਔਖਾ ਕੰਮ ਹੈ ਮਨ ਇੱਕ ਰਸ ਕਰਨਾ। ਤੁਸੀਂ ਸਿਆਣੇ ਹੋ, ਇੱਕ ਰਸ ਹੁੰਦਾ ਆਪਣਾ ਮਨ। ਹੁਣੇ ਖੁਸ਼ੀ ਹੈ, ਹੁਣੇ ਗਮੀ ਹੈ, ਹੁਣੇ ਦਾਨੀ ਹੈ, ਹੁਣੇ ਚੋਰ ਹੈ। ਮੈਂ ਪੜ੍ਹ ਰਿਹਾ ਸੀ ਇੱਕ ਵਾਰ, ਬੜੇ ਪਿਆਰੇ ਸ਼ਬਦ ਕਿਸੇ ਬਾਹਰ ਦੇ ਸੱਜਣ ਨੇ ਲਿਖੇ। ਉਹ ਕਹਿੰਦਾ ਇੱਕ ਬੰਦਾ ਨਾ ਖੜਾ ਹੈ ਕਿਸੇ ਬੱਸ ਸਟੈਂਡ 'ਤੇ, ਮਨ ਦੀ ਹਾਲਾਤ ਕੀ ਨੇ, ਇਹਨੂੰ ਅਣਦਨ ਕਿਵੇਂ ਕਰਨਾ ਗੁਰੂ ਸ਼ਬਦ ਨਾਲ ਜੋੜ ਕੇ। ਕਹਿੰਦੇ ਖੜਿਆਂ ਨਾ ਬੱਸ ਸਟੈਂਡ 'ਤੇ ਕਿਸੇ ਕੋਈ ਔਰਤ ਜਾ ਰਹੀ ਹੈ, ਉਹਨੇ ਆਪਣਾ ਪਰਸ ਕੱਢਿਆ ਅਤੇ ਉਹਦਾ 1000 ਰੁਪਈਆ ਡਿੱਗ ਪਿਆ। ਅਤੇ ਉਹ ਸੱਜਣ ਨੇ ਵੇਖਿਆ ਵੀ ਔਰਤ ਦਾ ਡਿੱਗ ਪਿਆ ਨੂੰ ਲੋੜ ਨਾ ਹੋਏ, ਕੋਈ ਮੁਸ਼ਕਿਲ ਹੋਏਗੀ। ਉਹਨੇ ਚੁੱਕਿਆ ਭੱਜ ਕੇ, ਉਹਦੇ ਮਗਰ ਦੌੜਿਆ, ਦੂਰ ਤੱਕ ਗਿਆ। ਭੈਣ ਨੇ ਤੇਰੇ ਪੈਸੇ ਡਿੱਗ ਪਏ। ਉਹਨੇ ਕਿਹਾ ਮੇਰੇ ਨਹੀਂ। ਉਹਨੇ ਕਿਹਾ ਧਿਆਨ ਨਾਲ ਵੇਖ। ਉਹਨੇ ਵੇਖਿਆ, ਕਹਿਣ ਲੱਗੀ ਹਾਂ ਮੇਰੇ ਹੀ ਹੈ। ਅਤੇ ਜਦੋਂ ਉਹਨੂੰ ਫੜਾਏ ਨਾ 1000 ਰੁਪਈਆ, ਕਹਿੰਦੇ ਉਹਨੇ 100 ਰੁਪਈਆ ਦੇਣਾ ਚਾਹਿਆ, ਵਿੱਚੋਂ ਖਿਆਲ ਨਾਲ ਸੁਣਿਓ, ਇਹ ਤੂੰ ਰੱਖ ਲੈ। ਕਹਿਣ ਲੱਗਾ ਨਹੀਂ ਮੇਰਾ ਬਣਦਾ ਹੀ ਨਹੀਂ, ਮੈਂ ਕਿਉਂ ਰੱਖਾਂ, ਤੇਰੇ ਨੇ, ਮੇਰਾ ਫਰਜ਼ ਸੀ, ਮੈਂ ਪਹੁੰਚਾ ਦਿੱਤਾ। ਕਹਿੰਦੇ ਉਹਨੇ 1000 ਰੁਪਈਆ ਮੋੜ ਕੇ ਵਾਪਸ ਨਾ, ਉਹ ਬੰਦਾ ਵਾਪਸ ਉਸੇ ਥਾਂ 'ਤੇ ਬੱਸ ਸਟੈਂਡ 'ਤੇ ਆ ਗਿਆ ਜਿੱਥੋਂ ਉਹਨੇ ਬੱਸ ਫੜਨੀ ਸੀ, ਅਤੇ ਬੱਸ ਦੀ ਉਡੀਕ ਹੀ ਕਰ ਰਿਹਾ ਸੀ। ਅਜੇ ਇੱਕ ਮਾਤਾ ਆਈ ਬਜ਼ੁਰਗ, ਉਹਦੇ ਨਾਲ 5-4 ਸਾਲ ਦਾ ਬੱਚਾ ਛੋਟਾ ਜਿਹਾ, ਉਹਦੀ ਉਂਗਲ ਫੜੀ ਹੋਈ ਉਹਨੇ, ਅਤੇ ਉਹ ਬੱਚੇ ਦੇ ਹੱਥ 'ਚ ਚਾਂਦੀ ਦਾ 1 ਰੁਪਈਆ ਹੈ, ਅਤੇ ਉਹ ਕਿਤੇ ਬੱਚੇ ਦੇ ਹੱਥ 'ਚੋਂ ਛੁੱਟ ਗਿਆ, ਅਤੇ ਉਹ ਰੁਪਈਆ ਰਿੜ ਕੇ ਉਹ ਬੰਦੇ ਦੇ ਕੋਲ ਆ ਗਿਆ। ਅਤੇ ਜਦੋਂ ਉਹਨੇ ਵੇਖਿਆ ਵੀ ਮਾਈ ਨੇ ਨਹੀਂ ਵੇਖਿਆ, ਬੱਚੇ ਦੇ ਹੱਥ 'ਚੋਂ ਛੁੱਟਿਆ, ਕਹਿੰਦੇ ਉਹਨੇ ਡਿੱਗੇ ਹੋਏ ਰੁਪਈਏ 'ਤੇ ਆਪਣਾ ਪੈਰ ਰੱਖ ਲਿਆ ਵੀ ਅੱਗੇ ਚਲੇ ਜਾਣਗੇ ਅਤੇ ਆਪਾਂ ਚੁੱਕ ਲਾਂਗੇ, ਬੱਸ ਦਾ ਕਿਰਾਇਆ ਲਾਂਗੇ। ਹੁਣ ਕੀ ਕਰੀਏ ਮਨ ਦਾ? ਪਹਿਲਾਂ ਦਾਨੀ ਸੀ ਦਾ 1000 ਰੁਪਈਆ ਵੀ ਚੁੱਕ ਕੇ ਫੜਾਇਆ, ਬੇਈਮਾਨੀ ਕਰਨ 'ਤੇ ਆਇਆ ਅਤੇ ਰੁਪਈਏ 'ਤੇ ਵੀ ਪੈਰ ਰੱਖ ਕੇ ਖੜ ਗਿਆ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਭਿਆਲੇ। ਇਹ ਟਿਕਦਾ ਕਿਉਂ ਨਹੀਂ, ਇਹਦੀ ਵੈਕਸੀਨੇਸ਼ਨ ਵੀ ਕੀਤੀ ਹੈ, ਇਹਦਾ ਤਰੀਕਾ ਵੀ ਦੱਸਿਆ। ਕਿਉਂਕਿ ਲੋਭੀ ਜੀਅਰਾ ਥਿਰ ਨਾ ਰਹਿਤ ਹੈ। ਜਿੰਨਾ ਚਿਰ ਅੰਦਰ ਲੋਭ ਦੀ ਰੱਤ ਹੈ ਨਾ ਜੀ, ਇਹ ਟਿਕਦਾ ਨਹੀਂ। ਕਦੇ ਦਾਨੀ ਹੁੰਦਾ ਹੈ ਵਿਖਾਉਣ ਵਾਸਤੇ, ਅਤੇ ਕਦੇ ਚੋਰ ਬਣ ਜਾਂਦਾ। ਲੋਭੀ ਜੀਅਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਸਾਹਿਬ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾ ਜੀ, ਇਹਨੂੰ ਫਿਰ ਅਨਵਿਅਰਥ ਕਰਾਂਗੇ, ਸੁਣਿਓ। ਇੱਕ ਅਣਦਿਨ ਭਗਤ ਕਰੇ ਦਿਨ ਰਾਤੀ। ਕਹਿਣ ਲੱਗੇ ਇੱਕ ਅਣਦਿਨ ਮਨ ਨੂੰ ਇੱਕ ਅਵਸਥਾ 'ਚ ਲੈ ਆਉਂਦੇ, ਦਿਨ ਰਾਤ ਭਗਤੀ ਕਰਕੇ। ਅਤੇ ਕੀ ਮਿਲਦਾ ਹੈ ਜੀ? ਉਹਨਾਂ ਨੂੰ ਮਿਲਦਾ ਹੈ, ਸਾਹਿਬ ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਾਮ ਨਾਮ ਔਰ ਧਾਰੀ। ਔਰ ਧਾਰੀ ਦਾ ਅਰਥ ਹੈ ਹਿਰਦੇ ਅੰਦਰ ਉਹਨਾਂ ਨੇ ਮਾਲਕ ਪ੍ਰਮਾਤਮਾ ਦਾ ਨਾਮ ਟਿਕ ਗਿਆ ਹੈ ਜੀ। ਅਣ ਦਿਨ ਰਾਤੀ ਸਹਿਜੇ ਮਾਤੇ, ਸਹਿਜੇ ਹਉਮੈ ਮਾਰੀ। ਹੁਣ ਸਾਧ ਸੰਗਤ ਜੀ, ਉਹ ਇੱਕ ਰਸ ਵਿੱਚ ਰੱਤੇ ਹੋਏ ਨੇ, ਉਹਨਾਂ ਨੂੰ ਦੂਜਾ ਰਸ ਹੈ ਹੀ ਕੋਈ ਨਹੀਂ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਕਿਹਾ ਸੀ ਨਾ, ਕਹਿਣ ਲੱਗੀ ਛੱਡ ਆਰਾ, ਸਿੱਖੀ 'ਚੋਂ ਕੀ ਲੱਭੇਗਾ, ਚੀਰਿਆ ਜਾਏਗਾ। ਕੁਝ ਮੰਗ, ਤੇ ਕੀ ਮੰਗਿਆ ਸੀ? ਇੱਕੋ ਗੱਲ ਮੰਗੀ ਸੀ, ਜਿਉਂਦਿਆਂ ਗੁਰੂ ਦੀ ਸ਼ਰਨ ਨਹੀਂ ਛੱਡੀ। ਅਤੇ ਬਸ ਇੱਕ ਕੰਮ ਕਰਦੇ ਹੋ, ਜੇ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਨਾ, ਗੁਰੂ ਤੇਗ ਬਹਾਦਰ ਸਾਹਿਬ ਇੱਧਰਲੇ ਪਾਸੇ ਹੈ, ਮੇਰਾ ਮੁੱਖ ਤੁਸੀਂ ਇੱਧਰ ਕਰਤਾ ਹੈ। ਕਹਿਣ ਲੱਗੇ ਫਿਰ ਕੀ? ਕਹਿਣ ਲੱਗੇ ਨਾ ਕਦੇ ਜਿਉਂਦਿਆਂ ਮੁੱਖ ਮੋੜਿਆ, ਭਲੇ ਹੁਣ ਸਰੀਰ ਤਿਆਗਣ ਲੱਗਾ ਹੈ। ਹੁਣ ਇਹ ਗੁਸਤਾਖੀ ਨਾ ਮੇਰੇ 'ਤੇ ਕਰਾਓ, ਮੈਨੂੰ ਇੱਕ ਕੰਮ ਕਰੋ, ਮੁੱਖ ਗੁਰ ਪਿੰਜਰੇ ਵੱਲ ਹੋਵੇ, ਮੇਰਾ ਮੂੰਹ ਫੇਰ ਕੇ ਗੁਰੂ ਦੇ ਪਿੰਜਰੇ ਵੱਲ ਕਰ ਦਿਓ, ਚੀਰਨ ਚੂਰਨ ਦਾ ਕੋਈ ਡਰ ਨਹੀਂ ਹੈ। ਅਣਦਿਨ ਰਾਤੇ ਮਨ ਇੱਕ ਅਵਸਥਾ ਵਿੱਚ ਹੈ, ਸਹਿਜੇ ਮਾਤੇ, ਸਹਿਜ ਅਵਸਥਾ ਵਿੱਚ ਮਸਤ ਨੇ, ਟਿਕੇ ਨੇ। ਸਹਿਜੇ ਹਉਮੈ ਮਾਰੀ, ਇਹ ਸਹਿਜ ਨੇ, ਇਸ ਅੰਦਰ ਦੇ ਰਸ ਨੇ। ਰਾਮ ਨਾਮ ਔਰ ਧਾਰੀ ਦੇ ਰਸ ਨੇ, ਅੰਦਰ ਦੀ ਹਉਮੈ, ਅਹੰਕਾਰ,
ਖਤਮ ਕੀਤਾ ਹੈ ਜੀ। ਭੈ ਬਿਨ ਭਗਤ ਨਾ ਹੋਈ ਕਬਹੀ, ਪੈ ਭਾਏ ਭਗਤ ਸਵਾਰੀ। ਇਸ ਗੱਲ ਨੂੰ ਜ਼ਿੰਦਗੀ 'ਚ ਯਾਦ ਰੱਖਿਓ, ਦੋ ਚੀਜ਼ਾਂ, ਭੈ ਤੇ ਭਾਉ। ਭੈ ਕੀ ਹੈ? ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੀ ਰਾਮ ਹਦੂਰੇ। ਸਭ ਤੋਂ ਵੱਡਾ ਭੈ ਹੈ ਰੱਬ ਦਾ। ਇੱਕ ਫਰਕ ਜ਼ਰੂਰ ਹੈ, ਸਿਆਣੇ ਸੱਜਣ ਸਮਝਿਓ। ਦੁਨੀਆ ਦਾ ਭੈ ਜਿਹਨੂੰ ਹੁੰਦਾ ਨਾ, ਉਹਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ। ਪੁਲਿਸ ਦਾ ਡਰ ਹੋਵੇ, ਹੋਰ ਕੋਈ ਡਰ ਹੋਵੇ, ਬੰਦੇ ਕੰਬਣ ਲੱਗ ਜਾਂਦੇ। ਪਰ ਜਿਹਨੂੰ ਰੱਬ ਦਾ ਭੈ ਆ ਗਿਆ ਨਾ ਜੀ, ਉਹਦੀਆਂ ਲੱਤਾਂ ਇੰਨੀਆਂ ਮਜ਼ਬੂਤ ਹੋ ਜਾਂਦੀਆਂ ਜੀ, ਉਹਦਾ 90 ਸਾਲ ਦੀ ਉਮਰ 'ਚ ਬੰਦ ਕੱਟੀ ਦਾ, ਉਹ ਕਹਿੰਦਾ ਗੱਲ ਹੀ ਕੋਈ ਨਹੀਂ। ਉਹਦੇ ਡਰ ਖਤਮ ਹੋ ਜਾਂਦੇ। ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਰੱਬੀ ਬਾਣੀ ਕਿ ਨਿਰਭਉ ਭੈ ਮਨ। ਉਹ ਜਿੱਥੇ ਭੈ ਆ ਗਿਆ ਨਾ, ਭੈ ਬਿਨ ਭਗਤ ਨਾ ਹੋਈ ਕਬਹੀ। ਭੈ ਤੋਂ ਬਿਨਾਂ ਕਦੇ ਭਾਉ ਨਹੀਂ ਉਪਜਦਾ। ਅਗਲੀ ਗੱਲ, ਇੱਕ ਹੁੰਦੇ ਨੇ ਅੱਖਾਂ, ਇੱਕ ਹੈ ਪੈਰ। ਗਿਆਨ ਕੀ ਹੈ? ਬੜੇ ਧਿਆਨ ਨਾਲ ਸਮਝਣ ਵਾਲਾ ਨੁਕਤਾ ਹੈ। ਅੱਜ ਸਾਡਾ ਸਾਰਾ ਜ਼ੋਰ ਲੱਗਾ ਸਾਡੇ ਬੰਦਿਆਂ ਦਾ ਗਿਆਨ 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 ਗਿਆਨ। ਕੋਈ ਦੋ ਰਾਵਾਂ ਨਹੀਂ, ਗਿਆਨ ਅੱਖਾਂ ਨੇ। ਪਰ ਜੇ ਬੰਦੇ ਕੋਲ ਪੈਰ ਹੀ ਨਾ ਹੋਣ, ਵੇਖ ਸਕਦਾ, ਤੁਰ ਨਹੀਂ ਸਕਦਾ। ਵੇਖਣ ਨੂੰ ਕੀ ਹੈ? ਧਰਤੀ 'ਤੇ ਬੈਠੇ ਆਪਾਂ ਸੂਰਜ ਵੇਖੀ ਜਾਂਦੇ, ਕਦੇ ਗਏ ਥੋੜ੍ਹੀ ਆ। ਧਰਤੀ 'ਤੇ ਬੈਠਿਆਂ ਚੰਦਰਮਾ ਵੇਖੀ ਜਾਂਦੇ, ਕਦੇ ਗਏ ਥੋੜ੍ਹੀ ਆ। ਪਰ ਯਾਦ ਰੱਖਿਓ, ਧਰਤੀ 'ਤੇ ਬੈਠਿਆਂ ਤਾਰੇ ਵੇਖਦੇ ਆ ਜਿਹੜੇ 4-4 ਸਾਲ ਜਿਨ੍ਹਾਂ ਦੀ ਰੌਸ਼ਨੀ ਆਉਂਦਿਆਂ ਧਰਤੀ ਨੂੰ ਲੱਗਦਾ। ਯਾਦ ਰੱਖਿਓ, ਕੰਟੀਨਿਊਸਲੀ ਚੱਲਦਾ ਤਾਂ ਨਹੀਂ ਪਤਾ ਲੱਗਦਾ। ਵੇਖਦੇ ਆ ਪਰ ਗਏ ਨਹੀਂ। ਵੇਖਣਾ ਅੱਖਾਂ ਨੇ, ਗਿਆਨ ਅੱਖਾਂ ਨੇ। ਕਿਸੇ ਬੰਦੇ ਕੋਲ ਅੱਖਾਂ ਨਾ ਹੋਣ, ਪੈਰ ਹੋਣ, ਉਹ ਕਦੇ ਨਾ ਕਦੇ ਪਹੁੰਚ ਜਾਏਗਾ। ਪਰ ਜਿਹਦੇ ਕੋਲ ਇਕੱਲੀਆਂ ਅੱਖਾਂ ਹੋਣ, ਪੈਰ ਹੋਣ ਹੀ ਨਾ, ਉਹ ਨਹੀਂ ਪਹੁੰਚ ਸਕਦਾ, ਤੁਰ ਹੀ ਨਹੀਂ ਸਕਦਾ। ਗਿਆਨ ਅੱਖਾਂ ਹੈ, ਭੈ ਭਾਵਨਾ ਨਾ ਜਿਹੜੀ ਸੰਗਤ ਜੀ, ਇਹ ਪੈਰ ਨੇ। ਅੱਖਾਂ ਦੇ ਨਾਲ ਪੈਰ ਹੋਣੇ ਜ਼ਰੂਰੀ ਹੈ। ਗਿਆਨ ਮਾੜਾ ਨਹੀਂ, ਪਰ ਭਾਵਨਾ ਜ਼ਰੂਰੀ ਹੈ। ਭੈ ਭਾਉ ਜ਼ਰੂਰੀ ਹੈ। ਭੈ ਬਿਨ ਭਗਤ ਨਾ ਹੋਏ ਤੇਰੀ। ਇੱਥੇ ਵੀ ਸਾਹਿਬ ਜ਼ਿਕਰ ਕਰਦੇ ਨੇ, ਭੈ ਬਿਨ ਭਗਤ ਨਾ ਹੋਈ ਕਬਹੀ। ਤੇ ਕਿਤੇ ਬਚਨ ਨੇ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਭੈ ਭਾਏ ਭਗਤ ਸਵਾਰੀ। ਭੈ ਤੇ ਭਾਵਨਾ ਨਾਲ ਹੀ ਭਗਤੀ ਨਾਲ ਜੀਵਨ ਸਵਾਰਿਆ ਜਾਂਦਾ ਹੈ। ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ। ਮਾਇਆ ਦਾ ਮੋਹ ਹੈ ਜਿਹੜਾ ਗੁਰੂ ਦਾ ਸ਼ਬਦ ਜਲਾ ਦਿੰਦਾ, ਤੇ ਗਿਆਨ ਦਾ ਜਿਹੜਾ ਤੱਤ ਹੈ, ਅਸਲੀ ਪਰਮਾਤਮਾ ਹੈ, ਉਹਦੀ ਵਿਚਾਰ ਉਹ ਹਿਰਦੇ ਅੰਦਰ ਟਿਕ ਜਾਂਦੀ ਹੈ। ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ। ਮਾਲਕ ਪਰਮਾਤਮਾ ਦੇ ਚਰਨਾਂ ਜਦੋਂ ਕੋਈ ਅਰਦਾਸ ਕਰਦਾ, ਉਹ ਕਰਨਹਾਰ ਆਪੇ ਦਾਤ ਦਿੰਦਾ ਹੈ, ਤੇ ਆਪੇ ਹੀ ਇਹ ਬਖਸ਼ਿਸ਼ਾਂ ਦੀ ਭੰਡਾਰ ਦਿੰਦਾ ਹੈ ਜੀ। ਜਿਸ ਕਿਆ ਗੁਣਾ ਕਾ ਅੰਤ ਨਾ ਪਾਇਆ, ਹਉ ਗਾਵਾ ਸ਼ਬਦ ਵਿਚਾਰੇ। ਸਾਹਿਬ ਕਹਿੰਦੇ ਉਹ ਮਾਲਕ ਦੇ ਗੁਣਾਂ ਦਾ ਅੰਤ ਤੇ ਨਹੀਂ ਪਾਇਆ ਜਾ ਸਕਦਾ, ਗੁਰੂ ਦੇ ਸ਼ਬਦ ਦੁਆਰਾ ਉਹਨੂੰ ਵਿਚਾਰਿਆ ਤੇ ਗਾਉਂਦਾ ਹਾਂ ਜੀ। ਹਰ ਜੀਉ ਜਪੀ ਹਰ ਜੀਉ ਸਾਲਾਹੀ, ਵਿੱਚੋਂ ਆਪ ਨਿਵਾਰੀ। ਹੁਣ ਕੇਵਲ ਐਸਾ ਜੀਵ ਮਾਲਕ ਪਰਮਾਤਮਾ ਨੂੰ ਜਪਦਾ ਹੈ ਤੇ ਉਸੇ ਨੂੰ ਸਲਾਹੁੰਦਾ ਹੈ, ਵਿੱਚੋਂ ਆਪਣੇ ਆਪ ਨੂੰ ਉਹਨੇ ਗਵਾ ਦਿੱਤਾ ਹੈ। ਨਾਮ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੇ। ਇਹ ਨਾਮ ਦਾ ਜਿਹੜਾ ਪਦਾਰਥ ਹੈ ਗੁਰੂ ਤੋਂ ਮਿਲਦਾ ਹੈ, ਤੇ ਜਿਹਨੂੰ ਮਿਲ ਜਾਏ ਇਹਦੇ ਜਿਹੜੇ ਭੰਡਾਰੇ ਨੇ ਅਖੁੱਟ ਕਦੇ ਮੁੱਕਣ ਵਾਲੇ ਨਹੀਂ ਹਨ ਜੀ। ਆਪਣਿਆਂ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੇ। ਉਹ ਆਪਣੇ ਪਿਆਰਿਆਂ ਤੇ ਆਪ ਤੁੱਠਦਾ ਜਦੋਂ ਕੋਈ ਉਹਦੀ ਓਟ ਉਹਦਾ ਭਰੋਸਾ ਤੱਕ ਲੈਂਦੇ ਨੇ, ਤੇ ਆਪਣੀ ਕਿਰਪਾ ਕਰਕੇ ਕੋਈ ਕਲਾ ਵਰਤਾ ਕੇ ਕਲਾ ਧਾਰ ਮਾਲਕ ਜੀ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ। ਜਿਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਵਨ ਸ਼ਬਦ ਵਿਚਾਰੀ। ਉਹਨਾਂ ਦੇ ਹਿਰਦੇ ਸਦਾ ਸੱਚੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ, ਤੇ ਸਾਧ ਸੰਗਤ ਜੀ ਫਿਰ ਉਹ ਗੁਰੂ ਦੇ ਸ਼ਬਦ ਦੁਆਰਾ ਅੰਦਰ ਦੀ ਭੁੱਖ ਨੂੰ ਸਾਚੈ ਨਾਮ ਕੀ ਲਾਗੈ ਭੂਖ, ਉਤ ਭੂਖਾ ਹੈ ਖਾਏ ਚੱਲੀ ਹੈ। ਦੁੱਖ ਜ਼ਿੰਦਗੀ ਵਿੱਚ ਸਦਾ ਖੇੜਾ ਤੇ ਆਨੰਦ ਮਾਣਦੇ ਹਨ। ਇੱਕ ਨੁਕਤਾ ਇੱਥੇ ਤੁਹਾਡੇ ਸਾਹਮਣੇ, ਅੱਜ ਜਦੋਂ ਅਸੀਂ ਆਪ ਕੋਈ ਦੁੱਖ ਸਹੇੜਦੇ ਨਾ, ਸੁਣਿਓ ਦੀ, ਕਰਮ ਅਸੀਂ ਕੋਈ ਇਦਾਂ ਦਾ ਕਰਦੇ ਗੁਰੂ ਹੁਕਮ ਤੋਂ ਟੁੱਟ ਕੇ। ਤੇ ਹੁਕਮ ਤੋਂ ਟੁੱਟ ਕੇ ਕੀ ਹੈ? ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਦੁੱਖ ਆਉਂਦਾ ਨਾ, ਤੇ ਫਿਰ ਮੇਰੇ ਵਰਗਾ ਪੰਗਤੀ ਪੜ੍ਹ ਦਿੰਦਾ, ਨਾਨਕ ਦੁਖੀਆ ਸਭ ਸੰਸਾਰ। ਵੀ ਗੁਰੂ ਸਾਹਿਬ ਵੀ ਕਹਿੰਦੇ ਸਾਰਾ ਸੰਸਾਰ ਦੁਖੀ ਹੈ। ਇਹ ਤਾਂ ਉਹਨਾਂ ਲਈ ਹੈ ਜਿਹੜੇ ਟੁੱਟੇ ਹੋਏ ਨੇ, ਤੇਰੇ ਲਈ ਤਾਂ ਇਹ ਤੋਂ ਪਹਿਲੀਆਂ ਪੰਗਤੀਆਂ ਆਈਆਂ। ਇਹ ਵੀ ਤਾਂ ਸਿੱਖਾਂ ਲਈ ਨੇ ਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ
ਦੁਖ ਪਾਪ ਕਾ ਨਾਸ। ਗਾਉਣ ਵਾਲਿਆਂ ਲਈ ਤਾਂ ਸਦਾ ਖੇੜਾ ਹੈ, ਟੁੱਟਿਆਂ ਲਈ ਦੁਖੀਆ ਸੰਸਾਰ ਹੈ। ਇਸ ਲਈ ਜਿਹੜੇ ਨਾਮ ਨਾਲ ਜੁੜਦੇ ਨੇ ਸਾਧ ਸੰਗਤ ਜੀ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ ਜੀ। ਜੀਉ ਪਿੰਡ ਸਭ ਕਿਛ ਹੈ ਤਿਸ ਕਾ, ਆਖਣ ਬਿਖਮ ਵਿਚਾਰੀ। ਇਹ ਜੀਵ ਆਤਮਾ ਤੇ ਪਿੰਡ ਸਭ ਕੁਛ ਮਾਲਕ ਦਾ ਹੈ, ਤੇ ਉਹਦੇ ਗੁਣਾਂ ਨੂੰ ਤੇ ਉਹਦੀਆਂ ਦਾਤਾਂ ਬਾਰੇ ਆਖਣਾ ਇਹ ਬਹੁਤ ਵੱਡੀ ਬਿਖਮ ਤੇ ਔਖੀ ਵਿਚਾਰ ਹੈ ਜੀ। ਸ਼ਬਦ ਲਗੇ ਸੇਈ ਜਨ ਨਿਸਤਾਰੇ, ਭੌਜਲ ਪਾਰੇ ਉਤਾਰੀ। ਜਿਹੜੇ ਸ਼ਬਦ ਨਾਲ ਅੰਦਰ ਤੋਂ ਜੁੜ ਗਏ, ਸ਼ਬਦ ਦੇ ਦੱਦੇ ਦੀ ਸਿਹਾਰੀ ਸ਼ਬਦ ਦੁਆਰਾ, ਉਹ ਸਾਧ ਸੰਗਤ ਜੀ ਨਿਸਤਰੇ ਪਾਰ ਹੋ ਜਾਂਦੇ ਨੇ। ਭਉ ਜਲ ਤੋਂ ਸਤਿਗੁਰੂ ਉਹਨਾਂ ਨੂੰ ਪਾਰ ਉਤਾਰਾ ਉਹਨਾਂ ਦਾ ਕਰਦੇ ਹਨ ਜੀ। ਬਿਨ ਹਰ ਸਾਚੇ ਕੋ ਪਾਰ ਨਾ ਪਾਵੈ, ਬੂਝੈ ਕੋ ਵਿਚਾਰੀ। ਬਿਨਾਂ ਮਾਲਕ ਦੇ ਨਾਮ ਨਾਲ ਜੁੜੇ ਤੋਂ, ਬਿਨਾਂ ਪ੍ਰਮਾਤਮਾ ਤੋਂ, ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਪਾਰ ਨਹੀਂ ਹੁੰਦਾ। ਇਸ ਗੱਲ ਨੂੰ ਵੀ ਗੁਰੂ ਦੀ ਸ਼ਬਦ ਦੁਆਰਾ ਹੀ ਸਮਝ ਕੇ ਵਿਚਾਰ ਕੇ ਪਤਾ ਲੱਗਦਾ ਹੈ। ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਹਰ ਸ਼ਬਦ ਸਵਾਰੀ। ਪੂਰਬਲੇ ਕਰਮ ਦੇ ਮੁਤਾਬਕ ਜਦੋਂ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਹੈ, ਗੁਰੂ ਸ਼ਬਦ ਨਾਲ ਜੁੜਦਾ ਹੈ, ਤੇ ਉਹ ਗੁਰੂ ਦੇ ਸ਼ਬਦ ਦੁਆਰਾ ਅੰਦਰੋਂ ਸਵਾਰਿਆ ਜਾਂਦਾ ਹੈ। ਕਾਇਆ ਕੰਚਨ ਸਬਦੇ ਰਾਤੀ, ਸਾਚੈ ਨਾਏ ਪਿਆਰੀ। ਜਿਨ੍ਹਾਂ ਦਾ ਸੱਚੇ ਨਾਮ ਨਾਲ ਪਿਆਰ ਬਣਦਾ ਹੈ, ਉਹਨਾਂ ਦੀ ਕਾਇਆ ਵੀ ਕੰਚਨ ਵਰਗੀ ਕੀਮਤੀ ਹੋ ਜਾਂਦੀ, ਨਿਰਮੋਲਕ ਹੋ ਜਾਂਦੀ, ਸ਼ਬਦ ਵਿੱਚ ਰਤੀ ਜਾਂਦੀ ਹੈ। ਕਾਇਆ ਅੰਮ੍ਰਿਤ ਰਹੇ ਭਰ ਪੂਰੇ, ਪਾਈਐ ਸ਼ਬਦ ਵਿਚਾਰੀ। ਜਿਹੜਾ ਕਾਇਆ ਹੈ, ਸਰੀਰ ਹੈ, ਫਿਰ ਅੰਦਰ ਤੋਂ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ। ਇਹ ਦਾਤ ਗੁਰੂ ਦੀ ਸ਼ਬਦ ਦੇ ਵਿਚਾਰ ਦੁਆਰਾ ਪ੍ਰਾਪਤ ਹੁੰਦੀ ਹੈ। ਜੋ ਪ੍ਰਭ ਖੋਜੇ ਸੇਈ ਪਾਵਹਿ, ਹੋਰ ਫੂਟ ਮੁਏ ਅਹੰਕਾਰੀ। ਇੱਥੇ ਅੰਤਲੀ ਪੰਕਤੀ ਏ 20 ਬੰਦ 20ਵੀਂ ਪੌੜੀ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਚੋਂ ਆਪਾਂ ਵਿਚਾਰੀ ਹੈ। ਜੋ ਪ੍ਰਭ ਮਾਲਕ ਪਰਮਾਤਮਾ ਨੂੰ ਖੋਜ ਹੈ, ਸੇਈ ਪਾਵੇ ਉਹ ਪਾਉਂਦੇ ਨੇ। ਹੋਰ ਫੂਟ ਮੁਏ ਹੰਕਾਰੀ, ਔਰ ਆਪਣੇ ਹੰਕਾਰ ਵਿੱਚ ਫੁੱਟ ਫੁੱਟ ਕੇ ਕਲੇਸ਼ ਵਿੱਚ, ਝਗੜੇ ਵਿੱਚ ਖਤਮ ਹੋ ਜਾਂਦੇ ਨੇ। ਇੰਨੀਆਂ ਬੇਨਤੀਆਂ ਸਮੇਂ ਦੀ ਹਦੂਦ ਨਾਲ ਆਪ ਜੀ ਨੇ ਅੱਜ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦੇ ਆ ਬੇਅੰਤ ਭੁੱਲਾਂ ਆਉਣੀਆਂ ਸੁਭਾਵਿਕ ਨੇ, ਉਹ ਦਸਰੇ ਦੀਆਂ ਸਮਝ ਕੇ ਛੱਡ ਦੇਣੀਆਂ। ਬਚਨ ਗੁਰੂ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ ਹੈ। ਯਤਨ ਕਰਨਾ ਇਸ ਬੇਨਤੀ ਨੂੰ ਪੱਲੇ ਬੰਨਿਓ ਕਿ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅਸੀਂ ਨਾਮ ਨਾਲ ਜੁੜੀਏ, ਆਪਣੀ ਜ਼ਿੰਦਗੀ ਸਫਲ ਕਰੀਏ, ਆਪਣੇ ਅੰਦਰ ਨੂੰ ਸੀਤਲ ਕਰੀਏ, ਫਿਜਾ ਸੀਤਲ ਹੋ ਸਕੇ, ਤਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾਤ ਮਿਲ ਸਕੇ। ਭੁੱਲਾਂ ਦੀ ਮੁਆਫੀ ਦਿੰਦਿਆਂ ਅਸੀਸਾਂ ਬਖਸ਼ੋ ਦੇਹੋ ਸੱਜਣ, ਅਸੀਸੜੀਆਂ ਜੋ ਹੋਵੈ ਸਹਿਬ ਸਿਓ ਮੇਲ। ਅੰਤਲੀਆਂ ਪੰਕਤੀਆਂ ਪੜ੍ਹ ਸਮਾਪਤੀ ਹੈ ਜੀ। ਕਾਇਆ ਅੰਮ੍ਰਿਤ ਰਹੀ ਭਰ ਪੂਰੇ, ਪਾਈਐ ਸ਼ਬਦ ਵਿਚਾਰੀ। ਜੋ ਪ੍ਰਭ ਖੋਜੇ ਸੇਈ ਪਾਵਹਿ, ਹੋਰ ਫੂਟ ਮੁਏ ਅਹੰਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।